ਕੀ ਹੁਣ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹ ਦੇਸ਼ ਦੇ ਵਿੱਚ ਹੌਲੀ-ਹੌਲੀ ਖਤਮ ਹੋ ਜਾਣਗੀਆਂ? ਜਿਹੜੇ ਬੱਚਿਆਂ ਨੇ ਆਪਣੀ ਮਾਂ ਬੋਲੀ ਭਾਸ਼ਾ ਦੇ ਵਿੱਚ ਪੜ੍ਹਾਈ ਕਰਨੀ ਆ, ਕੀ ਉਹ ਹੁਣ ਆਪਣੀ ਮਾਂ ਬੋਲੀ ਤੋਂ ਸਖਣੇ ਹੋ ਜਾਣਗੇ? ਸਾਡੇ ਬੱਚੇ ਫਿਰ ਕੀ ਅੰਗਰੇਜ਼ੀ ਨਹੀਂ ਪੜ੍ਹਨਗੇ ਤਾਂ ਅਸੀਂ ਕਹਿੰਦੇ ਆ ਅਸੀਂ ਦੇਸ਼ ਵਿਦੇਸ਼ ਜਾ ਕੇ ਜਾਂ ਰਾਸ਼ਟਰੀ ਪੱਧਰ ਤੇ ਕੰਪੀਟੀਸ਼ਨ ਦੇ ਐਗਜ਼ਾਮ ਦੇਣੇ ਨੇ ਤੇ ਇਮਤਿਹਾਨਾਂ 'ਚ ਸਾਡੇ ਬੱਚਿਆਂ ਦਾ ਕੀ ਹੋਊਗਾ? ਹੌਲੀ-ਹੌਲੀ ਜਿਸ ਤਰ੍ਹਾਂ ਦੇਸ਼ ਦੇ ਅੰਦਰ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਜਿਹੜੀ ਸਾਡੀ ਆਫੀਸ਼ੀਅਲੀ ਲੈਂਗੁਏਜ ਹਿੰਦੀ ਆ, ਕੀ ਉਹਨੂੰ ਅਸੀਂ ਰਾਸ਼ਟਰੀ ਭਾਸ਼ਾ ਬਣਾਉਣ ਜਾ ਰਹੇ ਹਾਂ? ਤੇ ਜਿਹੜਾ CBSE ਨੇ ਹਾਲ ਹੀ ਇੱਕ ਫੈਸਲਾ ਸੁਣਾਇਆ ਕਿ ਜਿਹੜੀ ਪੰਜਾਬੀ ਤੋਂ ਇਲਾਵਾ ਜਿਹੜੇ ਭਾਸ਼ਾਵਾਂ ਨੇ ਉਹ ਉਹਨਾਂ ਨੂੰ ਸਬਜੈਕਟ ਦੇ ਤੌਰ ਤੇ ਰੱਖਿਆ ਗਿਆ। ਇਹਦੇ ਨਾਲ ਸੈਂਟਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੀ ਜਿਹੜੀਆਂ ਮਾਤਰ ਭਾਸ਼ਾਵਾਂ ਨੇ, ਮਾਂ ਬੋਲੀਆਂ ਨੇ, ਉਹ ਲੋਪ ਹੋ ਜਾਣਗੀਆਂ? ਪੰਜਾਬੀ ਤੋਂ ਸਕੂਲ ਨੂੰ ਕੋਈ ਛੋਟ ਨਹੀਂ ਹੈ, ਉਹਨਾਂ ਨੂੰ ਬੇਸ਼ੱਕ ICSE ਹੋਵੇ CBSE ਹੋਵੇ, ਉਹਨਾਂ ਨੂੰ ਪੜਾਉਣਾ ਲਾਜ਼ਮੀ ਹੈ। ਸੰਵਿਧਾਨ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਹੈ, ਬਾਕੀ ਆਫੀਸ਼ੀਅਲ ਲੈਂਗੁਏਜ ਵੀ ਨੇ, ਪੰਜਾਬੀ ਵੀ ਉਸ ਅੱਜ ਅਸੀਂ ਇਸੇ ਸੰਦਰਭ ਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਨੇ ਐਕਟ ਪਾਸ ਕੀਤਾ ਸੀ, ਉਸ ਐਕਟ ਜਿਹੜਾ ਸੀ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ 2008, ਉਹਦੇ ਕੀ ਮਾਇਨੇ ਨੇ? ਇਸ ਐਕਟ ਨੂੰ ਅਸੀਂ ਸਮਝਣ ਵਾਸਤੇ ਸਾਡੇ ਨਾਲ ਅੱਜ ਬਹੁਤ ਹੀ ਖਾਸ ਮਹਿਮਾਨ ਸਰਕਾਰ ਤੋਂ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ ਅਧਿਕਾਰੀ, ਸੀਨੀਅਰ IAS ਅਧਿਕਾਰੀ ਰਹਿ ਚੁੱਕੇ ਨੇ, ਸਰਦਾਰ KBS ਸਿੰਘ ਸਿੱਧੂ। ਅਸੀਂ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਸਮਰ ਨਿਊਜ਼ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕਸ ਫॉर ਹੈਵਿੰਗ ਮੀ ਹੇਅਰ, ਆਉਣ ਲਈ ਸ਼ੁਕਰੀਆ ਤੁਹਾਡਾ ਬੁਲਾਉਣ ਲਈ। ਸਰ, ਇਹ ਜਿਹੜਾ ਮਾਈਨਰ ਸਬਜੈਕਟ ਜਾਂ ਮੇਜਰ ਸਬਜੈਕਟ, ਪਹਿਲਾਂ ਤਾਂ ਮੈਂ ਤੁਹਾਡੇ ਕੋਲ, ਕਿਉਂਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ 2008 ਦੇ ਵਿੱਚ ਐਕਟ ਪਾਸ ਕੀਤਾ ਗਿਆ ਸੀ, ਉਹ ਕਿਉਂਕਿ ਉਸ ਸਮੇਂ ਤੁਸੀਂ ਉਸ ਵਿਭਾਗ ਦੇ ਮੁਖੀ ਸਨ, ਇਹ ਜਿਹੜਾ ਆਪਣਾ ਜਿਹੜਾ ਪੰਜਾਬ ਸਰਕਾਰ ਨੇ ਐਕਟ ਪਾਸ ਕੀਤਾ ਔਰ ਜਿਹੜਾ ਹੁਣ CBSE ਨੇ ਕਿਹਾ ਕਿ ਇਹ ਵਾਲੇ ਜਿਹੜੇ ਸਬਜੈਕਟ ਨੇ ਇਹ ਮਾਈਨਰ ਨੇ, ਇਹ ਮੇਜਰ ਨੇ, ਇਹ ਕੀ ਸਾਡਾ ਜਿਹੜਾ ਐਕਟ ਆ CBSE ਦੇ ਜਿਹੜੇ ਹੁਣ ਉਹਨਾਂ ਨੇ ਪਾਸ ਕੀਤਾ ਕਾਨੂੰਨ ਜਾਂ ਜਿਹੜਾ ਆਦੇਸ਼ ਨੇ ਉਹ ਫੋਲੋ ਕਰਦਾ? ਸਰ ਦੇਖੋ, ਇਸ ਦੇ ਵਿੱਚ ਇਹ ਹੈ ਕਿ CBSE ਨੇ ਜਿਹੜਾ ਹੁਣ ਐਕਸਪਲੇਨੇਸ਼ਨ ਦਿੱਤਾ ਹੈ, ਉਹਨਾਂ ਨੇ ਇਹ ਕਿਹਾ ਕਿ ਅਸੀਂ ਪੰਜਾਬੀ ਨੂੰ ਪੰਜਾਬ ਦੇ ਵਿੱਚ ਜਾਂ ਬਾਕੀ ਰਾਜਾਂ ਦੇ ਵਿੱਚ ਵੀ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਅਗਰ ਅਸੀਂ ਮਾਈਨਰ ਸਬਜੈਕਟ, ਇੱਕ ਮਾਈਨਰ ਮਜ਼ਮੂਨ ਦੇ ਤੌਰ ਤੇ ਆਖਿਆ ਹੈ, ਉਹਨੂੰ ਉਹਨਾਂ ਨੇ ਇੱਕ ਪ੍ਰਸ਼ਾਸਨਿਕ ਮੈਯਰ ਕਿਹਾ ਕਿ ਐਡਮਿਨਿਸਟ੍ਰੇਟਿਵ ਮੈਯਰ ਹੈ। ਯਾਨੀ ਕਿ ਅਗਰ ਉਤਨੇ ਜ਼ਿਆਦਾ ਬੱਚੇ ਇੱਕ ਪਾਰਟਿਕੂਲਰ ਮਜ਼ਮੂਨ ਜਾਂ ਸਬਜੈਕਟ ਦੇ ਵਿੱਚ ਆਪਸ਼ਨ ਨਹੀਂ 10ਵੀਂ ਜਾਂ 12ਵੀਂ ਦੇ ਵਿੱਚ ਦਿੰਦੇ ਤਾਂ ਉਹਨੂੰ ਇੱਕ ਮਾਈਨਰ ਸਬਜੈਕਟ ਅਸੀਂ ਕਹਿੰਦੇ ਕਰਾਰ ਦਿੰਦੇ ਆ। ਉਸ ਨਾਲ ਫਰਕ ਸਿਰਫ ਇੰਨਾ ਹੀ ਹੈ ਕਿ ਵੀ ਸ਼ਾਇਦ ਹਰ ਸੈਂਟਰ ਦੇ ਵਿੱਚ ਉਹਦਾ ਇਮਤਿਹਾਨ ਨਾ ਲਿੱਤਾ ਜਾ ਸਕੇ, ਉਹਦੇ ਸਖਣੇ ਸੈਂਟਰ ਬਣਨ, ਘੱਟ ਬਣਨ, ਇਸ ਤਰ੍ਹਾਂ ਦੀ ਉਹਨਾਂ ਨੇ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਸ ਨਾਲ ਪੰਜਾਬ ਦੇ ਵਿੱਚ ਤੇ ਸ਼ਾਇਦ ਹੋਰਾਂ ਰਾਜਾਂ ਦੇ ਵਿੱਚ ਵੀ ਕਾਫੀ ਇਹਦਾ ਤਿੱਖਾ ਰਿਐਕਸ਼ਨ ਕਹਿ ਲਓ, ਚਾਹੇ ਵਿਰੋਧ ਕਹਿ ਲਓ, ਉਹ ਵੀ ਹੋਇਆ ਹੈ। ਹੁਣ ਜਿੱਥੋਂ ਤੱਕ ਪੰਜਾਬ ਦਾ ਤਲਕ ਹੈ, ਤੁਸੀਂ ਜ਼ਿਕਰ ਕੀਤਾ 2008 ਦਾ ਜਿਹੜਾ ਇਹ ਕਾਨੂੰਨ ਹੈ, ਜਿਹਨੂੰ ਕਿ ਪੰਜਾਬ ਲਰਨਿੰਗ ਆਫ ਪੰਜਾਬ ਐਂਡ ਅਦਰ ਲੈਂਗੁਏਜਸ ਐਕਟ 2008 ਆਖਿਆ ਗਿਆ ਹੈ। ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ ਮੁੱਖ ਤੌਰ ਤੇ ਅਲਾਈ ਵੀ ਸੀਗੇ ਤੇ ਯੂਨੈਨਿਮਸਲੀ ਇਹ ਪਾਸ ਕੀਤਾ ਗਿਆ ਸੀਗਾ। ਔਰ ਉਸ ਵੇਲੇ ਡਾਕਟਰ ਉਪਿੰਦਰਜੀਤ ਕੌਰ, ਜਿਹੜੇ ਖੁਦ ਇੱਕ ਐਜੂਕੇਸ਼ਨਿਸਟ, PhD ਇਕਨੋਮਿਕਸ ਦੇ ਮਾਹਰ ਵੀ ਰਹੇ ਨੇ, ਉਹ ਸਿੱਖਿਆ ਮੰਤਰੀ ਸੀ। ਸੋ ਇਹ ਜਿਹੜਾ ਕਾਨੂੰਨ ਹੈ, ਅਗਰ ਆਪਾਂ ਪਹਿਲਾਂ ਇਹਦੇ ਮੁੱਖ ਜਿਹੜੀਆਂ ਚੀਜ਼ਾਂ ਆਪਾਂ ਦੇਖ ਲਈਏ, ਉਹ 2-3 ਨੇ, ਉਹ ਸਮਝਣ ਦੀ ਲੋੜ ਹੈ। ਪਹਿਲੇ ਨੰਬਰ ਤੇ ਤਾਂ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਵੀ ਸਕੂਲ ਸਥਿਤ ਹੈ, ਉਹਦੀ ਡੈਫੀਨੇਸ਼ਨ ਬੜੀ ਵਾਈਡ ਹੈਗੀ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਤੁਹਾਨੂੰ ਪੰਜਾਬੀ ਪੜ੍ਹਾਉਣਾ ਲਾਜ਼ਮੀ ਹੈ। ਮਤਲਬ ਉਹ ਸਹੂਲਤ ਤੁਹਾਡੇ ਟੀਚਰ ਉੱਥੇ ਆਪਸ਼ਨ ਦੇਣੇ, ਕੋਈ ਵੀ ਸਕੂਲ ਹੈ ਤਾਂ ਲਾਜ਼ਮੀ ਹੈ। ਔਰ ਸਕੂਲ ਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਵਿੱਚ ਚਾਹੇ ਉਹ ਸਰਕਾਰੀ ਹੈ, ਚਾਹੇ ਪੰਚਾਇਤੀ ਰਾਜ ਦਾ ਹੈ, ਚਾਹੇ ਮਿਊਨਿਸਪਲ ਬੋਡੀ ਰਨ ਕਰਦੀ ਹੈ, ਔਰ ਪ੍ਰਾਈਵੇਟ ਸਕੂਲ ਜਿਵੇਂ ਆਮ ਤੌਰ ਤੇ ਸੁਸਾਇਟੀ ਜਾਂ ਟਰਸਟ ਦੀ ਸ਼ਕਲ ਦੇ ਵਿੱਚ ਹੁੰਦੇ ਨੇ, ਔਰ CBSE ਤੇ ICSE ਬੋਰਡਸ ਦੀ ਜਿਹੜੀ ਰੈਗੂਲੇਸ਼ਨ ਹੈ ਉਹ ਇਹ ਕਹਿੰਦੀ ਹੈ ਕਿ ਸੁਸਾਇਟੀ ਜਾਂ ਟਰਸਟ ਹੋਣਾ ਚਾਹੀਦਾ ਹੈ। ਸੋ ਇਹਨਾਂ ਦੋਹਾਂ ਨੂੰ ਇਕੱਠਾ ਮਿਲਾ ਕੇ ਪੜ੍ਹਿਆ ਜਾਵੇ ਤਾਂ ਸਾਰੇ ਸਕੂਲਾਂ ਨੂੰ ਜਿਹੜੇ ਪੰਜਾਬ ਦੀ ਧਰਤੀ ਤੇ ਸਥਿਤ ਨੇ
ਬੇਸ਼ੱਕ ਉਹ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਡ ਹੋਣ, ਚਾਹੇ ਸੀਬੀਐਸਈ ਜਾਂ ਆਈਸੀਐਸਈ ਨਾਲ ਹੋਣ। ਤਾਂ ਇਹ ਕਿਹਾ ਗਿਆ ਹੈ ਕਿ ਪਹਿਲੀ ਤੋਂ ਲੈ ਕੇ 10ਵੀਂ ਤੱਕ ਤੁਹਾਨੂੰ ਜਿਹੜੀ ਪੰਜਾਬੀ ਪੜ੍ਹਾਣੀ, ਉਹਦੇ ਨਾਲ ਨਾਲ ਕਿ ਇਹ ਨਹੀਂ ਹੈ ਕਿ ਹਿੰਦੀ, ਜਿਸ ਤਰ੍ਹਾਂ ਤੁਸੀਂ ਕਿਹਾ, ਆਮ ਤੌਰ ਤੇ ਕਈ ਵਾਰੀ ਇਸ ਦੇ ਵਿੱਚ ਟਰਮੀਨੋਲੋਜੀ ਦੇ ਵਿੱਚ ਅਸੀਂ ਕਈ ਵਾਰੀ ਇਹਨਾਂ ਨੂੰ ਇੰਟਰਚੇਂਜੇਬਲੀ ਯੂਜ਼ ਕਰ ਦੇਣਾ ਕਿ ਨੈਸ਼ਨਲ ਲੈਂਗੁਏਜ ਹੈ ਕਿ ਆਫੀਸ਼ੀਅਲ ਲੈਂਗੁਏਜ ਹੈ, ਰਾਸ਼ਟਰੀ ਭਾਸ਼ਾ ਹੈ ਜਾਂ ਕਿ ਸਰਕਾਰੀ ਵਰਤੋਂ ਵਾਲੀ ਭਾਸ਼ਾ ਹੈ। ਸੰਵਿਧਾਨ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਹੈ, ਬਾਕੀ ਆਫੀਸ਼ੀਅਲ ਲੈਂਗੁਏਜ ਵੀ ਨੇ, ਪੰਜਾਬੀ ਵੀ ਉਸ 'ਚ ਸ਼ਾਮਲ ਹੈ। ਜੀ ਜੀ ਲੇਕਿਨ ਉਹਨਾਂ ਨੇ ਇਹ ਕਿਹਾ ਇਸ ਕਾਨੂੰਨ 'ਚ ਦੁਬਾਰਾ ਵਾਪਸ ਆਉਂਦੇ ਹੋਏ ਕਿ ਤੀਜੀ ਤੋਂ ਲੈ ਕੇ 8ਵੀਂ ਤੱਕ ਹਿੰਦੀ ਪੜ੍ਹਾਉਣੀ ਵੀ ਲਾਜ਼ਮੀ ਹੈ। ਜੀ ਦੂਸਰਾ ਪੁਆਇੰਟ, ਸੋ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਤੇ ਹਿੰਦੀ ਦਾ ਜਿੱਥੇ ਤੱਕ ਤਲਕ ਹੈ ਤੀਜੀ ਤੋਂ 8ਵੀਂ ਤੱਕ ਪੜ੍ਹਾਉਣੀ ਲਾਜ਼ਮੀ ਹੈ। ਜੀ ਔਰ ਨਾਲ ਇਹ ਕਲੀਅਰ ਕਰ ਦਿੱਤਾ, ਕਿਉਂਕਿ ਉਸ ਵਕਤ ਇਹ ਸੀਗਾ ਕਿ ਵੀ ਸਾਡੇ ਬੱਚੇ ਫਿਰ ਕੀ ਅੰਗਰੇਜ਼ੀ ਨਹੀਂ ਪੜ੍ਹਨਗੇ, ਤਾਂ ਅਸੀਂ ਕਹਿੰਦੇ ਆ ਅਸੀਂ ਦੇਸ਼ ਵਿਦੇਸ਼ ਜਾ ਕੇ ਜਾਂ ਰਾਸ਼ਟਰੀ ਪੱਧਰ ਤੇ ਕੰਪੀਟੀਸ਼ਨ ਦੇ ਐਗਜ਼ਾਮ ਦੇਣੇ ਨੇ ਤੇ ਇਮਤਿਹਾਨਾਂ 'ਚ ਸਾਡੇ ਬੱਚਿਆਂ ਦਾ ਕੀ ਹੋਊਗਾ। ਉਹ ਕਾਨੂੰਨ ਨੇ ਬੜਾ ਕਲੀਅਰ ਕੀਤਾ ਕਿ ਅੰਗਰੇਜ਼ੀ ਦੀ ਪੜ੍ਹਾਉਣ ਤੇ ਕੋਈ ਪਾਬੰਦੀ ਨਹੀਂ ਹੈ। ਸੋ ਇਸ ਕਰਕੇ ਤਿੰਨੇ ਲੈਂਗੁਏਜਸ ਨੂੰ ਉਹਨਾਂ ਨੇ ਬੜਾ ਸਾਫ਼ ਪੜ੍ਹਾਓ, ਲੇਕਿਨ ਪੰਜਾਬੀ ਪਹਿਲੀ ਤੋਂ 10ਵੀਂ ਤੱਕ ਪੜ੍ਹਾਉਣੀ ਜ਼ਰੂਰੀ ਹੈ। ਨਾਲ ਇੱਕ ਇਹਨਾਂ ਨੇ ਇਹ ਵੀ ਜੀ ਜੀ ਸਰ, ਜਿਸ ਤਰ੍ਹਾਂ ਇੱਕ ਹੁਣ ਜਿਸ ਤਰ੍ਹਾਂ ਕਿਉਂਕਿ ਤਕਰਾਰ ਤੇ ਵੱਧ ਗਿਆ, ਖਾਸ ਕਰਕੇ ਕੋਈ ਪੰਜਾਬ ਤੋਂ ਇਲਾਵਾ ਜਿਹੜੇ ਬਾਕੀ ਜਿਹੜੀਆਂ ਲੈਂਗੁਏਜ ਨੇ, ਚਾਹੇ ਅਸੀਂ ਤਾਮਿਲ, ਕੰਨੜ, ਬੰਗਾਲੀ ਲੈਂਗੁਏਜ, ਹਰ ਇੱਕ ਬੱਚਾ ਕਹਿੰਦੇ ਆਪਣੀ ਮਾਂ ਬੋਲੀ ਤੋਂ ਜ਼ਿਆਦਾ ਸਿੱਖਦਾ। ਹੁਣ ਸੀਬੀਐਸਈ ਸੈਂਟਰ ਦੇ ਰੂਲ ਫੋਲੋ ਕਰੇਗੀ, ਜਿਹੜੀ ਐਜੂਕੇਸ਼ਨ ਸਬਜੈਕਟ ਸਾਰੇ ਸਟੇਟ ਸਬਜੈਕਟ ਹੈ ਜਾਂ ਸੈਂਟਰ ਦਾ ਸਬਜੈਕਟ ਹੈ ਜਾਂ ਫਿਰ ਕੰਕਰੀਟ ਸੂਚੀ ਦੇ ਵਿੱਚ ਹੈ। ਤੇ ਹੁਣ ਕੀ ਸਟੇਟ ਗਵਰਨਮੈਂਟ 2008 ਦੇ ਐਕਟ ਮੁਤਾਬਕ ਅਗਰ ਪੰਜਾਬ ਦੇ ਵਿੱਚ ਸੀਬੀਐਸਈ ਦੇ ਨਾਲ ਮਾਨਤਾ ਸਕੂਲ ਨੇ ਜਾਂ ਫਿਰ ਉਹ ਆਈਸੀਐਸਈ ਦੇ ਨਾਲ ਮਾਨਤਾ ਪ੍ਰਾਪਤ ਸਕੂਲ ਨੇ, ਜੋ ਸਕੂਲ ਉੱਥੇ ਪੰਜਾਬੀ ਦੇ ਟੀਚਰ ਨਹੀਂ ਰੱਖਦੇ ਹੈਗੇ, ਤੇ ਪੰਜਾਬ ਸਰਕਾਰ ਕਾਨੂੰਨ ਦਾ ਸਹਾਰਾ ਲੈਂਦੇ ਹੋਏ, ਐਕਟ ਦਾ ਸਹਾਰਾ ਲੈਂਦੇ ਹੋਏ, ਕੀ ਉਹਨਾਂ ਸਕੂਲਾਂ ਦੇ ਖਿਲਾਫ ਕਾਰਵਾਈ ਕਰ ਸਕਦਾ ਮੌਜੂਦਾ ਹਾਲਾਤਾਂ 'ਚ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬੜੀ ਵਾਜਬ ਹੈ। ਇਹ ਜਿਹੜਾ ਕਾਨੂੰਨ ਹੈ ਇਹ ਕਹਿੰਦਾ ਹੈ ਕਿ ਇਹ ਤੁਸੀਂ ਸਹੂਲਤਾਂ ਦੇਣੀਆਂ ਨੇ, ਉਹ ਸਾਰੇ ਸਕੂਲਾਂ ਨੇ ਉਹਨਾਂ ਨੂੰ ਦੇਣੀਆਂ ਲਾਜ਼ਮੀ ਨੇ। ਔਰ ਕਾਨੂੰਨ ਤਾਂ ਇੱਥੋਂ ਤੱਕ ਕਹਿ ਦਿੰਦਾ ਹੈ, ਜਿਹੜਾ ਦਫਾ ਇਹਨਾਂ ਦਾ ਸੈਕਸ਼ਨ 3(2) ਹੈ ਕਿ ਕੋਈ ਵੀ ਬੋਰਡ ਮੈਟ੍ਰਿਕੂਲੇਸ਼ਨ ਦੀ ਉਦੋਂ ਤੱਕ ਸਰਟੀਫਿਕੇਟ ਜਾਰੀ ਨਹੀਂ ਕਰੂਗਾ ਜਿੰਨਾ ਚਿਰ ਬੱਚੇ ਨੇ 10ਵੀਂ ਦੇ ਪੱਧਰ ਦੀ ਪੰਜਾਬੀ ਉਹ ਪਾਸ ਨਹੀਂ ਹੈ। ਹੁਣ ਸਵਾਲ ਤੁਸੀਂ ਕੀਤਾ ਕਿ ਸਿੱਖਿਆ ਜਾਂ ਐਜੂਕੇਸ਼ਨ ਉਹ ਕਨਸਟੀਟਿਊਸ਼ਨਲੀ ਅੱਜ ਦੀ ਡੇਟ ਦੇ ਵਿੱਚ ਕੰਕਰੈਂਟ ਲਿਸਟ ਦੇ ਵਿੱਚ ਹੈ, ਯਾਨੀ ਕਿ ਸੂਬੇ, ਪ੍ਰਦੇਸ਼, ਰਾਜ ਅਤੇ ਯੂਨੀਅਨ ਸੈਂਟਰ ਇਸ ਤੇ ਕਾਨੂੰਨ ਬਣਾ ਸਕਦੇ ਨੇ। ਹੁਣ ਐਸਾ ਕੋਈ ਕਾਨੂੰਨ ਜਿਹਦੀ ਕੋਈ ਵਿਰੋਧਤਾ ਹੋਵੇ ਸੈਂਟਰਲ ਲਾਅ, ਤਾਂ ਆਪਾਂ ਕਹੀਏ ਕਿ ਪੰਜਾਬ ਦਾ ਜਿਹੜਾ ਕਾਨੂੰਨ ਹੈ 2008 ਦਾ ਲਾਗੂ ਨਹੀਂ ਹੁੰਦਾ। ਸੋ ਇਸ ਕਰਕੇ ਅਗਰ ਪੰਜਾਬ ਦਾ ਕਾਨੂੰਨ ਕਹਿੰਦਾ ਕਿ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜ੍ਹਾਈ ਜਾਣੀ ਲਾਜ਼ਮੀ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਸਕੂਲਾਂ ਨੂੰ, ਬੇਸ਼ੱਕ ਉਹ ਸੀਬੀਐਸਈ ਜਾਂ ਆਈਸੀਐਸਈ ਦੇ ਹੋਣ, ਉਹਨਾਂ ਨੂੰ ਇਹ ਪੜ੍ਹਾਉਣ ਦੀਆਂ ਫੈਸਿਲਿਟੀਜ਼ ਦਿੱਤੀਆਂ ਜਾਣੀਆਂ ਲਾਜ਼ਮੀ ਨੇ। ਹੁਣ ਆ ਗਈ ਗੱਲ ਜਿਹੜਾ ਸੈਕਸ਼ਨ 3(2) ਹੈ ਕਿ ਅਗਰ ਉਹ ਕਹਿੰਦੇ ਨੇ ਕਿ ਜੀ ਸਾਡੇ ਰੈਗੂਲੇਸ਼ਨ ਤਾਂ ਸੀਬੀਐਸਈ ਵਾਲੇ ਔਰ ਉਹਨਾਂ ਦੇ ਜਿਹੜੇ ਰੈਗੂਲੇਸ਼ਨ ਨੇ ਉਹਨਾਂ ਦੀ ਵੀ ਕਾਨੂੰਨੀ ਨੌਇਅਤ ਹੈ, ਸੈਂਟਰਲ ਐਕਟ ਦੇ ਥੱਲੇ ਸੀਬੀਐਸਈ ਸਥਾਪਿਤ ਹੋਇਆ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਵੀ ਇੱਕ ਕਾਨੂੰਨ ਦਾ ਦਰਜਾ ਹਾਸਲ ਹੈ। ਅਗਰ ਉਹ ਕਹਿੰਦੇ ਨੇ ਜੀ ਸਾਡੇ ਰੈਗੂਲੇਸ਼ਨ ਤਾਂ ਇਹ ਕਹਿੰਦੇ ਨੇ ਕਿ 8ਵੀਂ ਤੱਕ ਤਾਂ ਅਸੀਂ ਪੜ੍ਹਾਵਾਂਗੇ ਲਾਜ਼ਮੀ, ਜਿਹੜੀ ਤੁਹਾਡੀ ਸਟੇਟ ਦੀ ਲੈਂਗੁਏਜ ਹੈਗੀ ਆ ਉਹ ਐਂਡ ਹਿੰਦੀ, ਐਂਡ 9ਵੀਂ 10ਵੀਂ ਦੇ ਵਿੱਚ ਬੱਚੇ ਦੀ ਆਪਸ਼ਨ ਹੈ। ਅਸੀਂ ਮਜਬੂਰ ਨਹੀਂ ਕਰਦੇ ਬੱਚੇ ਨੂੰ ਕਿ ਉਹ ਪੰਜਾਬੀ ਲਵੇ ਜਾਂ ਹਿੰਦੀ ਲਵੇ, ਬੰਗਾਲ ਦੇ ਵਿੱਚ ਬੰਗਾਲੀ ਲਵੇ ਜਾਂ ਹਿੰਦੀ ਲਵੇ। ਤੇ ਅਗਰ ਬੱਚਾ ਹੀ ਆਫਰ ਕਰਦਾ ਹੈ 9ਵੀਂ 10ਵੀਂ ਦੇ ਵਿੱਚ ਕਿ ਮੈਂ ਪੰਜਾਬੀ ਨਹੀਂ ਪੜ੍ਹਨਾ ਤੇ ਮੈਂ ਹਿੰਦੀ ਦੇ ਪਰਚਾ ਦੇ ਕੇ ਆਪਣਾ 10ਵੀਂ ਦੀ ਉਹ ਮੈਟ੍ਰਿਕੂਲੇਸ਼ਨ ਕਰਨੀ ਹੈ, ਤਾਂ ਦੈਟ ਇਜ਼ ਐਨ ਆਪਸ਼ਨ। ਅਸੀਂ ਤਾਂ ਕੰਪਲਾਈ ਵਿਦ ਕਰ ਰਹੇ ਹਾਂ, ਸਾਡੇ ਕੋਲ ਤਾਂ ਟੀਚਰ ਵੀ ਨੇ, ਜਾਂ ਭਾਵੇਂ 2 ਬੱਚੇ ਹੋਣ ਅਸੀਂ ਉਹਨੂੰ ਪੜ੍ਹਾਵਾਂਗੇ। ਸੋ ਇੱਥੇ ਅੱਜ ਤੱਕ ਜਿਹੜੀ ਤਕਰਾਰ ਦੀ ਸਥਿਤੀ ਤਾਂ ਪੈਦਾ ਹੋਈ ਨਹੀਂ, ਲੇਕਿਨ ਇਹ ਜਿਹੜਾ ਸੈਕਸ਼ਨ ਸ਼ਾਇਦ 3(2) ਹੈ ਜਿਹੜਾ ਕਹਿੰਦਾ ਕਿ ਵੀ ਤੁਸੀਂ ਲਾਜ਼ਮੀ ਪੜ੍ਹਾਓ ਵਰਨਾ ਉਹ ਵੈਲਿਡ ਨਹੀਂ। ਕਨਸਟੀਟਿਊਸ਼ਨਲੀ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਇੱਥੋਂ ਤੱਕ ਕੋਈ ਰੂਲਿੰਗ ਆਈ ਨਹੀਂ, ਨਾ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਸਖਤ ਸਟੈਂਡ ਲਿੱਤਾ। ਲੇਕਿਨ ਜਿਹੜਾ ਸਵਾਲ ਤੁਸੀਂ ਕੀਤਾ ਕਿ ਇਹ ਪ੍ਰੋਵੀਜ਼ਨ ਦੇ ਬਾਵਜੂਦ ਅਗਰ ਕੋਈ ਸਕੂਲ ਕਹਿੰਦਾ ਹੈ ਕਿ ਜੀ ਮੈਂ ਤਾਂ ਪੜ੍ਹਾਉਣਾ ਨਹੀਂ, ਮੈਂ 10ਵੀਂ 8ਵੀਂ ਤੱਕ ਮੈਂ ਪੰਜਾਬੀ ਪੜ੍ਹਾ ਕੇ ਖਾਨਾ ਪੂਰਤੀ ਕਰ ਲਈ, 9ਵੀਂ 10ਵੀਂ ਮੈਂ ਨਹੀਂ ਪੜ੍ਹਾਉਣੇ, ਚਾਹੇ ਉਹ ਬਹਾਨਾ ਲਾਉਣ ਕਿ ਬੱਚੇ ਨਹੀਂ ਪੜ੍ਹਦੇ, ਚਾਹੇ ਉਹ ਆਪ ਨਹੀਂ ਪੜ੍ਹਾਉਣਾ ਚਾਹੁੰਦੇ ਜਾਂ ਉਹਨਾਂ ਦੀ ਮੈਨੇਜਮੈਂਟ ਕਮੇਟੀ ਦੀ ਜਾਂ ਜਿਹੜੀ ਗਵਰਨਿੰਗ ਬੋਡੀ ਹੈ ਉਹਨਾਂ ਦਾ ਫੈਸਲਾ ਹੈ, ਉਸ ਸ਼ਕਲ ਦੇ ਵਿੱਚ
ਦੇ ਵਿੱਚ ਸਿਵਲ ਪੈਨਲਟੀਜ਼ ਰੱਖੀਆਂ ਗਈਆਂ ਨੇ ਕਿ ਪਹਿਲੀ ਦਫਾ ਤੁਹਾਨੂੰ 25,000, ਫਿਰ ਨਹੀਂ ਅਗਲੇ ਮਹੀਨੇ ਤੁਸੀਂ ਕਰਦੇ ਤਾਂ 50,000, ਤੇ ਫਿਰ ਉਸ ਤੋਂ ਬਾਅਦ ਲੱਖ ਰੁਪਈਆ ਕੰਟੀਨਿਊਇੰਗ ਹੈ, ਔਰ ਅਖੀਰ ਦੇ ਵਿੱਚ ਜਾ ਕੇ ਡਿਸਐਫਲੀਏਸ਼ਨ ਵੀ ਇਹ ਕੀਤੀ ਜਾ ਸਕਦੀ ਹੈ। ਇੱਥੇ ਇਹ ਦੱਸਣ ਦੀ ਵੀ ਲੋੜ ਹੈ ਕਿ ਜਦੋਂ ਆਪਾਂ ਸੀਬੀਐਸਈ ਜਾਂ ਆਈਸੀਐਸਈ ਸਕੂਲ ਵਾਸਤੇ ਪੰਜਾਬ ਦੇ ਸਥਿਤ ਕਿਸੇ ਸਕੂਲ ਨੂੰ ਆਪਾਂ ਅਲਾਉ ਕਰਦੇ ਹਾਂ ਤਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਇੱਕ ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕਰਦੀ ਹੈ, ਜਿਸ ਵਿੱਚ ਟਰਮਸ ਐਂਡ ਕੰਡੀਸ਼ਨ ਤੁਸੀਂ ਇੰਪੋਜ਼ ਕਰ ਸਕਦੇ ਹੋ, ਔਰ ਇੰਪੋਜ਼ ਨਾ ਵੀ ਕਰੋ, ਜਿਹੜਾ ਕਾਨੂੰਨ ਹੈ ਉਹ ਤਾਂ ਲਾਗੂ ਹੋਣਾ ਹੀ ਹੈ। ਇਸ ਕਰਕੇ ਇਹ ਜਿਹੜੀ ਪੰਜਾਬੀ ਪੜ੍ਹਾਉਣ ਦੀ ਜਿਹੜੀ ਸਹੂਲਤ ਹੈ ਉਹ ਪ੍ਰਦਾਨ ਕਰਨੀ ਜ਼ਰੂਰੀ ਹੈ। ਲੇਕਿਨ ਜਿਹੜਾ ਸੈਕਸ਼ਨ 3(2) ਹੈ, ਅਗਰ ਉਹ ਕਹਿਣ ਕਿ ਜੀ ਅਸੀਂ ਆਪਸ਼ਨ ਦੇ ਰਹੇ ਹਾਂ, ਬੱਚੇ ਦੀ ਮਰਜ਼ੀ ਹੈ, ਉਹਦੇ ਬਾਰੇ ਹਜੇ ਤੱਕ ਸੰਵਿਧਾਨਿਕ ਰੂਪ ਦੇ ਵਿੱਚ ਕੋਈ ਫੈਸਲਾ ਆਇਆ ਨਹੀਂ। ਪਰ ਸਰ, ਜਿਹੜਾ ਸੀਬੀਐਸਈ ਦੇ ਇਸ ਫੈਸਲੇ ਨੂੰ ਕਿੰਨਾ ਕੀ ਸਿਆਣਾ ਮੰਨਿਆ ਜਾ ਸਕਦਾ? ਮੇਰੇ ਖਿਆਲ ਜਿਹੜਾ ਹੈ ਇਹ ਅੰਗਰੇਜ਼ੀ ਦਾ ਮੈਂ ਲਫ਼ਜ਼ ਯੂਜ਼ ਕਰਾਂ ਤਾਂ ਕੈਜੂਅਲ ਬਲੰਡਰ ਹੈ। ਉਹ ਚਾਹੇ ਇਹ ਹੈ, ਦੇਖੋ ਕੋਵਿਡ ਦੇ ਵਿੱਚ ਸਕੂਲ ਬੰਦ ਰਹੇ ਨੇ, ਬੱਚਿਆਂ ਦਾ ਸਟੱਡੀ ਫਰੋਮ ਹੋਮ, ਵਰਕ ਫਰੋਮ ਹੋਮ ਵਾਲਾ ਜਿਹੜਾ ਸਿਲਸਿਲਾ ਚੱਲ ਰਿਹਾ ਸੀਗਾ, ਹੁਣ ਹੌਲੀ ਹੌਲੀ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਨੇ। ਪਹਿਲਾਂ ਇਹ ਵੀ ਨਹੀਂ ਸੀਗਾ ਪਤਾ ਕਿ ਵੀ ਪੇਪਰ ਹੋਣੇ ਨੇ। ਪਿਛਲੇ ਸਾਲ ਦੇ ਵਿੱਚ ਇੰਟਰਨਲ ਅਸੈਸਮੈਂਟ ਵਗੈਰਾ ਦੇ ਸਿਰ ਤੇ ਬੱਚਿਆਂ ਨੂੰ 10ਵੀਂ ਤੇ 12ਵੀਂ ਦੇ ਸਰਟੀਫਿਕੇਟ ਜਾਰੀ ਹੋ ਚੁੱਕੇ ਨੇ। ਸੋ ਉਹਨਾਂ ਨੇ ਆਪ ਜਾਣੇ ਇਹ ਰੈਸ਼ਨਲਾਈਜ਼ ਕਰਦੇ ਹੋਏ ਸ਼ਾਇਦ ਇਹਦੀ ਅਹਿਮੀਅਤ ਨਹੀਂ ਪਹਿਚਾਣੀ, ਇਹਦੀ ਸੈਂਸਿਟਿਵਿਟੀ ਨਹੀਂ ਪਹਿਚਾਣੀ, ਔਰ ਉੱਥੇ ਜਿਹੜੇ ਉਹਨਾਂ ਦੇ ਐਜੂਕੇਸ਼ਨ ਐਡਮਿਨਿਸਟ੍ਰੇਟਰਸ ਨੇ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ, ਉਹਨਾਂ ਨੇ ਸ਼ਾਇਦ ਇਹ ਕੈਜੂਅਲੀ ਲੈ ਕੇ ਇਹਨੂੰ ਮਾਈਨਰ ਸਬਜੈਕਟ ਕਹਿ ਦਿੱਤਾ। ਔਰ ਭਾਵੇਂ ਉਹਦਾ ਸਿੱਟਾ ਕੁਝ ਵੀ ਨਿਕਲਦਾ, ਲੇਕਿਨ ਇੱਕ ਵਾਰੀ ਬਹੁਤ ਇੰਪੋਰਟੈਂਟ ਜਿਹੜਾ ਇਹ ਸਬਜੈਕਟ ਹੈ, ਜਿਹੜਾ ਕਿ ਨਾ ਸਿਰਫ ਕੇਂਦਰ ਤੇ ਰਾਜ ਦੇ ਅਧਿਕਾਰਾਂ ਦੇ ਤਕਰਾਰ ਦੀ ਗੱਲ ਹੈ, ਬਲਕਿ ਲੋਕ ਉਹਨਾਂ ਦੇ ਜਿਹੜੀ ਕਲਚਰ ਹੈ, ਉਹਨਾਂ ਦੀ ਜ਼ੁਬਾਨ ਹੈ, ਉਹਦੇ ਨਾਲ ਸਥਿਤ ਵਾਲੀ ਜਿਹੜੀ ਸਾਰੀ ਗੱਲ ਹੈ ਉਹ ਉੱਭਰ ਕੇ ਸਾਹਮਣੇ ਆ ਗਈ ਹੈ। ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦਾ ਕਾਨੂੰਨ ਇਹ ਵੀ ਕਹਿੰਦਾ, ਕਈ ਵਾਰੀ ਆਮ ਤੌਰ ਤੇ ਜਦੋਂ ਐਜੂਕੇਸ਼ਨਿਸਟ ਗੱਲ ਕਰਦੇ ਨੇ ਕਿ ਜੀ ਇੱਥੇ ਫੋਰਨ ਡਿਪਲੋਮੈਟਸ ਦੇ ਬੱਚੇ ਵੀ ਹੋ ਸਕਦੇ ਨੇ, ਇੱਥੇ ਤਾਂ ਆਰਮੀ ਸੈਂਟਰਲ ਸਕੂਲ ਨਵੋਦਿਆ ਵਿਦਿਆਲਿਆ ਵੀ ਨੇ, ਜਿਹੜੇ ਕਿ ਆਰਮੀ ਦੇ ਜਿਹੜੇ ਆਫਿਸਰਸ ਨੇ ਉਹਨਾਂ ਦੇ ਬੱਚੇ ਅੱਜ ਪਠਾਨਕੋਟ ਨੇ ਤੇ ਕੱਲ ਨੂੰ ਉਹ ਸਾਊਥ ਚਲੇ ਗਏ, ਨਾਰਥ ਈਸਟ ਚਲੇ ਗਏ, ਤੇ ਉਹ ਬੱਚੇ ਅਗਰ ਆਉਂਦਾ ਹੀ 8ਵੀਂ 'ਚ ਉਹ ਪੰਜਾਬੀ ਕਿਵੇਂ ਪੜ੍ਹੂਗਾ? ਇਸ ਐਕਟ ਦੇ ਵਿੱਚ ਦੇਰ ਇਜ਼ ਅ ਪ੍ਰੋਵੀਜ਼ਨ ਕਿ ਉੱਥੇ ਐਗਜ਼ੈਂਪਸ਼ਨ ਦਿੱਤੀ ਜਾ ਸਕਦੀ ਹੈ। ਪਰ ਐਗਜ਼ੈਂਪਸ਼ਨ ਦੇਖੋ, ਕਾਨੂੰਨ ਬੜਾ ਸੋਚ ਸਮਝ ਕੇ ਬਣਾਇਆ ਗਿਆ ਹੈ ਕਿ ਐਗਜ਼ੈਂਪਸ਼ਨ ਸਟੂਡੈਂਟ ਨੂੰ ਦੇਣੀ ਹੈ, ਨਾ ਕਿ ਸਕੂਲ ਨੂੰ। ਸੋ ਇਸ ਕਰਕੇ ਸਕੂਲ ਲਈ ਤਾਂ ਲਾਜ਼ਮੀ ਹੈ ਕਿ ਪੰਜਾਬੀ ਪੜ੍ਹਾਵੇ। ਹੁਣ ਬੱਚਾ ਕੁਛ ਐਸੇ ਬੈਕਗਰਾਉਂਡ ਦਾ 9ਵੀਂ ਦੇ ਵਿੱਚ ਆ ਗਿਆ ਹੈ ਕਿ ਉਹ ਆਪਣਾ ਤੇਲਗੂ ਤੇ ਹਿੰਦੀ ਦੇਣਾ ਚਾਹੁੰਦਾ ਹੈ, ਤਾਂ ਬੜੀ ਖੁਸ਼ੀ ਨਾਲ ਉਹ ਆਪਣਾ ਦੇਵੇ, ਤੇ ਸਕੂਲ ਉੱਥੇ ਚਾਹੇ ਪ੍ਰਾਈਵੇਟ ਤੌਰ ਤੇ ਕੈਂਡੀਡੇਟ ਅਪੀਅਰ ਹੋਵੇ, ਚਾਹੇ ਉਹਦਾ ਸੈਂਟਰ ਹੋਰ ਕਿਤੇ ਬਣੇ, ਲੇਕਿਨ ਪੰਜਾਬੀ ਤੋਂ ਸਕੂਲ ਨੂੰ ਕੋਈ ਛੋਟ ਨਹੀਂ ਹੈ। ਉਹਨਾਂ ਨੂੰ ਬੇਸ਼ੱਕ ਆਈਸੀਐਸਈ ਹੋਵੇ, ਸੀਬੀਐਸਈ ਹੋਵੇ, ਉਹਨਾਂ ਨੂੰ ਪੜਾਉਣਾ ਲਾਜ਼ਮੀ ਹੈ। ਸਰ, ਪੰਜਾਬ 'ਚ ਤੇ 3 ਲੈਂਗੁਏਜ ਦਾ ਕਨਸੈਪਟ ਚੱਲਦਾ ਹੈ ਕਿ ਹਿੰਦੀ ਵੀ, ਪੰਜਾਬੀ ਵੀ, ਇੰਗਲਿਸ਼। ਅਗਰ ਅਸੀਂ ਨਾਰਥ ਈਸਟ ਜਾਂ ਸਾਊਥ ਦੀ ਗੱਲ ਕरें, ਉੱਥੇ ਤੇ ਹਿੰਦੀ ਜਾਂਦੀ ਹੈ, ਚਾਹੇ ਅਸੀਂ ਕਰਨਾਟਕਾ ਦੀ, ਚਾਹੇ ਤਾਮਿਲ ਦੀ, ਚਾਹੇ ਬੰਗਾਲ ਦੀ ਗੱਲ ਕੀਤੀ ਜਾਵੇ, ਤਾਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਤੁਸੀਂ ਗੱਲਾਂ ਹੋ ਰਹੀਆਂ ਨੇ ਕਿ ਜਿਹੜਾ ਸੈਂਟਰ ਨੇ ਉਹ ਫੈਡਰਲਿਜ਼ਮ ਆ ਜਾਂ ਉਸ ਤੇ ਢਾਂਚਾ ਜਿਹੜਾ ਹੈਗਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਹੌਲੀ ਹੌਲੀ ਜਿਸ ਤਰ੍ਹਾਂ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਰਹੇ ਨੇ ਕਿ ਜੇ ਹਿੰਦੂ ਰਾਸ਼ਟਰ ਬਣਾਉਣਾ, ਫਿਰ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਫਿਰ ਹਿੰਦੀ ਹੌਲੀ ਹੌਲੀ ਬਣਾਈ ਜਾਵੇ, ਤਾਂ ਲੱਗਦਾ ਕਿ ਉਹ ਜਿਹੜੇ ਬੀਜ ਨੇ ਬੋਏ ਜਾ ਰਹੇ ਨੇ। ਨਹੀਂ, ਦੇਖੋ, ਮੈਂ ਨਹੀਂ ਕਹਾਂਗਾ ਕਿ ਬੀਜ ਬੋਏ ਜਾ ਰਹੇ ਨੇ, ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਕਿ ਪੰਜਾਬੀਆਂ ਨੂੰ ਸਤਰਕ ਰਹਿਣ ਦੀ ਲੋੜ ਹੈ। ਅਗਰ ਆਪਾਂ ਸਾਰੀ ਪੰਜਾਬੀ ਸੂਬੇ ਦੀ ਮੂਵਮੈਂਟ ਦੇਖੀਏ, ਐਜੀਟੇਸ਼ਨ ਦੇਖੀਏ, 1966 ਦੇ ਵਿੱਚ ਲਿੰਗੁਇਸਟਿਕ ਬੇਸਿਸ ਤੇ ਸੂਬੇ ਬਣੇ, ਉਦੋਂ ਪਹਿਲਾਂ 1956 ਦੇ ਵਿੱਚ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰਾ, ਇਹ ਸਾਰੇ ਲਿੰਗੁਇਸਟਿਕ ਬੇਸਿਸ ਤੇ, ਕਰਨਾਟਕਾ ਅੱਡ ਹੋਇਆ। ਹੁਣ ਇਹ ਉਹਨਾਂ ਰਾਜਾਂ ਦੇ ਵਿੱਚ ਜੇ 3 ਲੈਂਗੁਏਜ ਫਾਰਮੂਲਾ ਤੁਸੀਂ ਕਹਿ ਵੀ ਲਓ ਕਿ ਅਸੀਂ ਲਾਗੂ ਕਰਦੇ ਹਾਂ, ਤੇ ਜੇ ਕੋਈ ਬੱਚਾ ਪੜ੍ਹਨ ਨੂੰ ਤਿਆਰ ਹੀ ਨਹੀਂ ਹੈ ਤਾਂ ਉਹ 3 ਲੈਂਗੁਏਜ ਫਾਰਮੂਲਾ ਇੱਕ ਤਰ੍ਹਾਂ ਦਾ ਫੇਲ ਹੈ। ਪੰਜਾਬ ਦੇ ਵਿੱਚ ਸਥਿਤੀ ਥੋੜੀ ਜਿਹੀ ਡਿਫਰੈਂਟ ਹੈ। ਪੰਜਾਬ ਦੇ ਵਿੱਚ ਹਿਸਟਰੀ 'ਚ ਨਾ ਵੀ ਜਾਈਏ, ਅੱਜ ਦੀ ਡੇਟ ਦੇ ਵਿੱਚ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਹਿੰਦੀ, ਪੰਜਾਬੀ ਇਹ 10ਵੀਂ ਤੱਕ ਲਾਜ਼ਮੀ ਵਿਸ਼ਿਆਂ ਦੇ ਤੌਰ ਤੇ ਪੜ੍ਹਾਏ ਜਾਂਦੇ ਨੇ, ਤੇ ਉਸ ਮੈਟ੍ਰਿਕ ਲੈਵਲ ਤੱਕ ਇਹਨਾਂ ਦਾ ਸਿੱਖਿਆ ਦਿੱਤੀ ਜਾਂਦੀ ਹੈ ਤੇ ਪੇਪਰ ਵੀ ਲਿੱਤੇ ਜਾਂਦੇ ਨੇ। ਰਹੀ ਗੱਲ ਦੂਜਿਆਂ ਸਕੂਲਾਂ ਦੀ, ਉਹ ਕਹਿੰਦੇ ਨੇ ਸਾਡੇ ਰੈਗੂਲੇਸ਼ਨ ਤਾਂ ਇਹੀ ਹੈ ਜੀ ਕਿ 8ਵੀਂ ਤੱਕ ਤਾਂ ਅਸੀਂ ਪੜ੍ਹਾ ਰਹੇ ਹਾਂ ਹਿੰਦੀ, ਪੰਜਾਬੀ, ਅੰਗਰੇਜ਼ੀ। ਉਦੋਂ ਬਾਅਦ ਅੰਗਰੇਜ਼ੀ ਜਿਹੜੀ ਹੈ ਉਹ ਲਾਜ਼ਮੀ ਹੈ, ਕੰਪਲਸਰੀ ਹੈ, ਤੇ ਤੁਸੀਂ ਪੰਜਾਬੀ ਲੈ ਲਓ ਜਾਂ ਹਿੰਦੀ ਲੈ ਲਓ। ਸੋ ਕਿਤੇ ਨਾ ਕਿਤੇ ਇੱਥੇ ਬੱਚਿਆਂ ਦੀ ਆਪਸ਼ਨ ਜਾਂ
ਜਿਹੜੇ ਮਾਪੇ ਨੇ ਉਹ ਕੀ ਸਮਝਦੇ ਨੇ ਕਿ ਪੰਜਾਬੀ ਨੂੰ ਅਪਣਾਉਣਾ ਚਾਹੀਦਾ ਹੈ, ਕਿ ਉਹ ਸਮਝਦੇ ਨੇ ਕਿ ਅਗਰ ਹਿੰਦੀ ਲਈਏ ਤਾਂ ਸ਼ਾਇਦ ਸਾਨੂੰ ਇਸ ਦੇ ਵਿੱਚ ਜ਼ਿਆਦਾ ਅੱਗੇ ਚੱਲ ਕੇ ਫਾਇਦਾ ਹੋਣਾ ਹੈਗਾ। ਔਰ ਇੱਥੇ ਇਹ ਵੀ ਦੱਸਣਾ ਵਾਜਬ ਹੈ ਕਿ ਪੰਜਾਬ 'ਚ ਜਿਹੜੀ ਪੰਜਾਬ ਸਰਕਾਰ ਦੀ ਕੋਈ ਵੀ ਨੌਕਰੀ ਹੈ, ਬੇਸ਼ੱਕ ਉਹ ਗਰੁੱਪ ਡੀ ਜਾਂ ਕਲਾਸ 4 ਜਿਹਨੂੰ ਕਹਿੰਦੇ ਨੇ, ਤੇ ਜੀ ਜੀ ਮੈਟ੍ਰਿਕ ਲੈਵਲ ਦੀ ਪੰਜਾਬੀ ਤਾਂ ਲਾਜ਼ਮੀ ਹੈ। ਸੋ ਜਿਹਨੇ ਕਿਸੇ ਵਜ੍ਹਾ ਜੀ ਕਰਕੇ ਨਹੀਂ ਵੀ ਕੀਤੀ, ਉਹ ਫਿਰ ਬਾਅਦ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਦਿੰਦਾ ਹੈ, ਚਾਹੇ ਭਾਸ਼ਾ ਵਿਭਾਗ ਕੰਡਕਟ ਕਰਦਾ ਹੈ। ਇਸ ਕਰਕੇ ਅਗਰ ਪੰਜਾਬ ਗਵਰਨਮੈਂਟ ਦੀ ਨੌਕਰੀ ਦੀ ਗੱਲ ਕਰਦੇ ਹੋ ਤੁਸੀਂ, ਈਵਨ ਪੀਸੀਐਸ ਐਗਜ਼ਾਮੀਨੇਸ਼ਨ ਦੀ ਗੱਲ ਕਰਦੇ ਹੋ, ਸਟੇਟ ਸਿਵਲ ਜੀ ਸਰਵਿਸਿਜ਼ ਦੀ, ਡੀਐਸਪੀ ਵਗੈਰਾ ਦੀ, ਉੱਥੇ ਵੀ ਪੰਜਾਬੀ ਲਾਜ਼ਮੀ ਹੈ। ਔਰ ਪੰਜਾਬ ਡੋਮਿਸਾਈਲ ਵਾਲਿਆਂ ਨੂੰ ਪੰਜਾਬੀ ਮੈਂ ਸਮਝਦਾ ਨਾ ਸਿਰਫ ਨੌਕਰੀ ਪੱਖ ਤੋਂ ਬਲਕਿ ਮਾਂ ਬੋਲੀ ਦੇ ਪੱਖ ਤੋਂ ਔਰ ਆਪਣੇ ਜਿਹੜਾ ਕਲਚਰ ਹੈ ਉਹਦੇ ਪੱਖ ਤੋਂ ਪੰਜਾਬੀ ਪੜ੍ਹਨੀ ਵੀ ਚਾਹੀਦੀ ਹੈ, ਬੋਲਣੀ ਵੀ ਚਾਹੀਦੀ ਹੈ ਤੇ ਲਿਖਣੀ ਵੀ ਚਾਹੀਦੀ ਹੈ। ਔਰ ਇੱਥੇ ਸਰ ਇੱਕ ਤੁਸੀਂ ਹੋਰ ਦੇਖੋ ਕਿ ਗੁਆਂਢ ਵਾਲੇ ਮੁਲਕ ਦੇ ਵਿੱਚ ਪੰਜਾਬ ਜਿਹੜਾ ਉਹਨਾਂ ਦਾ ਵੈਸਟ ਪੰਜਾਬ ਕਹਿ ਲਓ ਜਾਂ ਪਾਕਿਸਤਾਨ ਪੰਜਾਬ ਕਹਿ ਲਓ, ਵੀ ਜੀ ਜੀ ਹੁਣ ਪਿਛਲੇ ਦਿਨੀ ਕਾਫੀ ਇਸ ਚੀਜ਼ ਦਾ ਮਤਲਬ ਤੁਸੀਂ ਸੰਘਰਸ਼ ਕਹਿ ਲਓ ਜਾਂ ਮੁਜ਼ਾਹਰੇ ਕਹਿ ਲਓ ਉਹਨਾਂ ਨੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਬੋਲਦੇ ਹਾਂ, ਔਰ ਬੇਸ਼ੱਕ ਉਹ ਲਿਖਦੇ ਪਰਸ਼ੀਅਨ ਸਕ੍ਰਿਪਟ ਚ ਨੇ ਜਿਹਨੂੰ ਸ਼ਾਹਮੁਖੀ ਕਹਿੰਦੇ ਨੇ, ਲੇਕਿਨ ਉਹ ਜੀ ਕਹਿ ਰਹੇ ਜੀ ਨੇ ਕਿ ਵੀ ਤੁਸੀਂ ਸਾਡੇ ਤੇ ਉਰਦੂ ਕਿਉਂ ਥੋਪ ਰਹੇ ਹੋ। ਮਤਲਬ ਇੱਕ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਦੀ ਜਿਹੜੀ ਅਹਿਮੀਅਤ ਹੈ ਉਹਨੂੰ ਰੀਅਸਰਟ ਕਰ ਰਹੇ ਨੇ ਪੰਜਾਬੀ ਬੋਲਣ ਵਾਲੇ। ਔਰ ਮੈਂ ਸਮਝਦਾ ਕਿ ਬੜੀ ਚੰਗੀ ਗੱਲ ਹੈ ਕਿ ਇਹ ਮੁੱਦਾ ਭਾਵੇਂ ਇੱਕ ਕੈਜੂਅਲ ਮਿਸਟੇਕ ਕਹਿ ਲਓ ਜਾਂ ਸੀਬੀਐਸਈ ਚੰਗੀ ਤਰ੍ਹਾਂ ਆਪਣਾ ਮੈਸੇਜ ਨਹੀਂ ਦੇ ਸਕੀ, ਇਹ ਪੰਜਾਬੀ ਦਾ ਫੋਕਸ ਦੇ ਵਿੱਚ ਆਇਆ ਹੈ। ਔਰ ਇਹਦੇ ਵਿੱਚ ਤੁਸੀਂ ਇਹ ਵੀ ਦੇਖੋ ਕਿ ਅਗਰ ਅੱਜ ਤੁਸੀਂ ਦਿੱਲੀ ਜਾਂਦੇ ਹੋ, ਐਨਡੀਐਮਸੀ ਦੇ ਏਰੀਆ, ਜਿਹੜਾ ਨਿਊ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦਾ ਏਰੀਆ ਹੈ, ਉੱਥੇ ਸੜਕਾਂ ਦੇ ਸਾਈਨ ਬੋਰਡ ਜਿਹੜੇ ਨੇ 4 ਜ਼ੁਬਾਨਾਂ ਦੇ ਵਿੱਚ ਨੇ, ਅੰਗਰੇਜ਼ੀ 'ਚ ਵੀ ਹੈ, ਹਿੰਦੀ 'ਚ ਵੀ ਹੈ, ਉਰਦੂ 'ਚ ਵੀ ਹੈ ਤੇ ਪੰਜਾਬੀ 'ਚ ਵੀ ਹੈ। ਪੰਜਾਬੀ ਸਾਡੀ ਚ ਜਿਹੜੀ ਬਿਲਕੁਲ ਆਪਣੀ ਸਰ। ਰਾਜਧਾਨੀ ਚੰਡੀਗੜ੍ਹ ਹੈ, ਸਾਡੀ ਜਿਹੜੀ ਰਾਜਧਾਨੀ ਪੰਜਾਬ ਦੀ ਹੈ, ਚਾਹੇ ਸਾਂਝੀ ਰਾਜਧਾਨੀ ਹੈ ਚਾਹੇ ਯੂਨੀਅਨ ਟੈਰੀਟਰੀ ਹੈ, ਉਹਦੇ ਵਿੱਚ ਤੁਸੀਂ ਚੰਡੀਗੜ੍ਹ ਆ ਕੇ ਦੇਖ ਲਓ, ਉੱਥੇ ਸਵਾਏ ਹਿੰਦੀ ਤੇ ਅੰਗਰੇਜ਼ੀ ਤੇ ਮਤਲਬ ਤੁਹਾਨੂੰ ਕੋਈ ਸਾਈਨ ਬੋਰਡ ਸਰਕਾਰੀ ਤੌਰ ਤੇ ਨਹੀਂ ਦਿਖੂਗਾ। ਸੋ ਮੈਂ ਸਮਝਦਾ ਕਿ ਇਹ ਉਹ ਵਕਤ ਹੈ ਜਦੋਂ ਪੰਜਾਬ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਐਂਡ ਇਸ ਨੂੰ ਕਿਸੇ ਰਿਲੀਜੀਅਸ ਡਿਨੋਮੀਨੇਸ਼ਨ ਦੇ ਨਾਲ ਇਹਨੂੰ ਇਕੁਏਟ ਨਹੀਂ ਕਰਨਾ ਚਾਹੀਦਾ। ਬੁੱਧੀਜੀਵੀ, ਐਜੂਕੇਸ਼ਨਿਸਟ, ਸਾਰੇ ਵਰਗ ਇਕੱਠੇ ਹੋ ਕੇ ਇਹ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬੀ ਨੂੰ ਉਹਦਾ ਬਣਦਾ ਦਰਜਾ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ ਵੀ ਦਿੱਤਾ ਜਾਣਾ ਚਾਹੀਦਾ ਹੈ। ਇੱਕ ਹੋਰ ਇਸ਼ੂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੇਰੀ ਇਹ ਰੀਜ ਹੈ ਕਿ ਮੇਰਾ ਬੱਚਾ ਕਨਵੈਂਟ ਅੱਛੇ ਸਕੂਲ ਚ ਪੜ੍ਹੇ। ਸਰਕਾਰੀ ਸਕੂਲਾਂ 'ਚ ਤੇ ਬੱਚੇ ਉਹ ਵੀ ਰਹਿ ਗਏ ਜਿਹੜੇ ਚਾਹੇ ਗਰੀਬ ਨੇ ਜਾਂ ਮਾਤੜ ਜਿਨ੍ਹਾਂ ਨੂੰ ਕਹਿ ਸਕਦੇ। ਤੇ ਜਦ ਬੱਚਿਆਂ ਦੀ ਇੱਛਾ, ਅਸੀਂ ਪੰਜਾਬ ਐਜੂਕੇਸ਼ਨ ਬੋਰਡ ਨੂੰ ਆਪ ਹੀ ਖੁਦ ਹੀ ਫੇਲ ਕਰ ਲਿਆ ਕਿ ਉਹਦੇ ਜਿਹੜੀ ਪੜ੍ਹਾਈ ਹੈ ਸਟੈਂਡਰਡ ਆਈ ਨਹੀਂ ਹੈ। ਤੇ ਜਦ ਬੱਚੇ ਮਿਡ ਸਕੂਲਾਂ 'ਚ ਜਾਣਗੇ, ਕਾਨਵੈਂਟ ਸਕੂਲ ਜਿਹੜੇ ਸੀਬੀਐਸਈ ਦੇ ਨਾਲ ਮਾਨਤਾ ਪ੍ਰਾਪਤ ਨੇ ਜਾਂ ਫਿਰ ਆਈਸੀਐਸਈ ਬੋਰਡ ਦੇ ਨਾਲ, ਤੇ ਕਿਤੇ ਨਾ ਕਿਤੇ ਲੱਗਦਾ ਨੇ ਕਿ ਇੱਕ ਚਾਹੇ ਐਰਰ ਕਹਿ ਲਓ ਚਾਹੇ ਇੱਕ ਆਫੀਸ਼ੀਅਲੀ ਗਲਤੀ ਕਹਿ ਲਓ, ਪਰ ਆਪਣੀ ਮਾਂ ਦੀ ਇੱਕ ਬੱਚਿਆਂ ਨੂੰ ਦੂਰ ਕਰਨ ਦਾ ਇੱਕ ਕੋਸ਼ਿਸ਼ ਵੀ ਹੈ, ਇੱਕ ਸਾਜ਼ਿਸ਼ ਵੀ ਹੈ। ਦੇਖੋ ਸਾਜ਼ਿਸ਼ ਕੋਸ਼ਿਸ਼ ਵਾਲੀ ਤਾਂ ਮੈਂ ਇੰਨੀ ਗੱਲ ਨਹੀਂ, ਆਈ ਵਿਲ ਨਾਟ ਪੁੱਟ ਮੋਟਿਵਸ ਟੂ ਸੀਬੀਐਸਈ ਜਾਂ ਕੇਂਦਰ ਸਰਕਾਰ ਨੂੰ। ਬਟ ਇਹ ਤੁਹਾਡੀ ਗੱਲ ਦੇਖੋ, ਜਿੱਥੋਂ ਤੱਕ ਪੰਜਾਬ ਦਾ ਆਪਣਾ ਹੈ, ਪਿੱਛੇ ਜਿਹੜੇ ਅੰਕੜੇ ਆਏ ਨੇ ਵਾਈਡਲੀ ਪਬਲਿਸਾਈਜ਼ ਵੀ ਹੋਏ ਨੇ, ਔਰ ਨਿਊਟਰਲ ਏਜੰਸੀਜ਼ ਨੇ ਉਹਨਾਂ ਦਾ ਸਾਰਾ ਸਰਵੇ ਕਰਕੇ ਸਾਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਉਹ ਪੰਜਾਬ ਦਾ ਨੰਬਰ 1 ਤੇ ਆਪਾਂ ਨੂੰ ਕੱਢਿਆ ਹੈ। ਲੇਕਿਨ ਜੀ ਇੱਥੇ ਜੀ ਇਹ ਵੀ ਮੈਂ ਵਾਜ਼ੇ ਕਰਨਾ ਚਾਹੁੰਦਾ ਹਾਂ, ਭਾਵੇਂ ਉਸ ਅੱਜ ਆਪਣੇ ਇਸ ਚਰਚਾ ਦਾ ਮੁੱਦਾ ਸਿੱਧੇ ਤੌਰ ਤੇ ਨਹੀਂ ਹੈ, ਲੇਕਿਨ ਤੁਸੀਂ ਗੱਲ ਛੇੜੀ ਹੈ। ਉਹ ਜਦੋਂ ਜੀ ਜੀ ਕਹਿੰਦੇ ਨੇ ਕਿ ਪੰਜਾਬ ਅਵਲ ਹੈ, ਤਾਂ ਉਹਦੇ ਵਿੱਚ ਉਹ ਦੇਖਦੇ ਨੇ ਕਿ ਤੁਹਾਡੇ ਪ੍ਰਾਇਮਰੀ ਸਕੂਲ ਕਿੰਨੀ ਕਿੰਨੀ ਦੂਰੀ ਤੇ ਨੇ, ਹਰ ਪਿੰਡ 'ਚ ਸਾਡੇ ਪ੍ਰਾਇਮਰੀ ਸਕੂਲ ਹੈ, ਤੁਹਾਡੇ ਜਿਹੜੇ ਜੀ ਟੀਚਰ ਨੇ ਉਹਨਾਂ ਦੀ ਬਿਲਕੁਲ ਪੋਸਟਾਂ ਕਿੰਨੀਆਂ ਭਰੀਆਂ ਨੇ, ਜਿਹੜਾ ਟੀਚਰ ਹੈ ਜਿੱਥੇ ਬੀਐਡ ਚਾਹੀਦਾ ਬੀਐਡ ਹੈ, ਕਿ ਉੱਥੇ ਤੁਸੀਂ 10ਵੀਂ ਦੇ ਬੱਚੇ ਹੀ ਪੜ੍ਹਾਈ ਜਾਂਦੇ ਹੋ। ਉਹ ਜੀ ਸਾਰੀਆਂ ਜੀ ਚੀਜ਼ਾਂ ਤੋਂ ਬਾਅਦ ਕੰਪਿਊਟਰਾਈਜੇਸ਼ਨ ਦਾ ਕੀ ਤੁਹਾਡਾ ਸਿਲਸਿਲਾ ਹੈ, ਪੰਜਾਬ ਨੂੰ ਨੰਬਰ 1 ਤੇ ਕੱਢਿਆ ਹੈ। ਜੀ ਲੇਕਿਨ ਜੀ ਉਸ ਦੇ ਵਿੱਚ ਵੀ ਜਿਹੜੀ ਵੇਟੇਜ ਹੈ ਕਿ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਮਿਆਰ ਹੈ ਕਿ ਉਹ 10ਵੀਂ ਜੀ ਦੇ ਜੀ ਬੱਚੇ ਨੂੰ ਕੀ ਆਉਣਾ ਚਾਹੀਦਾ ਹੈ, 8ਵੀਂ ਦੇ ਬੱਚੇ ਨੂੰ ਕੀ ਆਉਣਾ ਚਾਹੀਦਾ ਹੈ, ਉਹ ਜਿਹੜਾ ਫਹਿਰਿਸਤ ਦੇ ਵਿੱਚ ਅਸੀਂ ਕਿਤੇ ਹਜੇ ਵੀ ਐਵਰੇਜ ਦੇ ਵਿੱਚ ਆਉਂਦੇ ਹਾਂ। ਸੋ ਇਸ ਕਰਕੇ ਜੀ ਬੇਸ਼ੱਕ ਜੀ ਇਨਫਰਾਸਟ੍ਰਕਚਰ, ਟੀਚਰ, ਫੈਸਿਲਿਟੀਜ਼, ਕੰਪਿਊਟਰਸ ਕਰਕੇ ਅਸੀਂ ਬੇਸ਼ੱਕ ਅੱਗੇ ਲੰਘੇ ਹੋਈਏ, ਲੇਕਿਨ ਇਸ 'ਚ ਪੰਜਾਬ ਨੂੰ ਸਿੱਖਿਆ ਦੇ ਪੱਖ ਤੋਂ ਬਹੁਤ ਇਸ ਦੇ ਵਿੱਚ ਪਿਛਲੇ ਦਿਨਾਂ ਵਿੱਚ ਮੈਂ ਸਮਝਦਾ ਪ੍ਰਗਤੀ ਹੋਈ ਹੈ। ਪਰ ਸਮਾਰਟ ਸਕੂਲ ਆ ਗਏ, ਦੂਜਾ ਤੀਜਾ, ਲੇਕਿਨ ਉਹਦੇ ਬਾਵਜੂਦ ਵੀ ਅੱਗੇ ਜਿਹੜਾ ਮਿਆਰ ਸਾਨੂੰ ਰੱਖਣਾ ਚਾਹੀਦਾ ਹੈ। ਅੱਜ ਦੀ ਡੇਟ 'ਚ ਕਈ ਐਸੇ ਸਰਕਾਰੀ ਸਕੂਲ ਨੇ
ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਬਰਾਬਰ ਵੀ ਨਹੀਂ, ਉਸ ਤੋਂ ਉੱਪਰ ਵੀ ਨੇ। ਸੋ ਇਹ ਕਹਿ ਲੈਣਾ ਜੀ ਕਿ ਜੀ ਵੀ ਉੱਥੇ ਆਪਾਂ ਬਚੇ ਖੁਚੇ ਗਰੀਬ ਗੁਰਬਾਂ ਦੇ ਹੀ ਬੱਚੇ ਜਾਂਦੇ ਨੇ ਸਰਕਾਰੀ ਸਕੂਲਾਂ 'ਚ, ਐਸੀ ਗੱਲ ਨਹੀਂ ਹੈ। ਔਰ ਜੀ ਅਲਟੀਮੇਟਲੀ ਤਾਂ ਤੁਸੀਂ ਦੇਖੋ ਕਿ ਤੁਸੀਂ ਅਗਰ ਨੈਸ਼ਨਲ ਪੱਧਰ ਦੇ ਜਿਹੜੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਨੇ, ਆਈਆਈਟੀ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ, ਅੱਗੇ ਸਿਵਲ ਸਰਵਿਸਿਜ਼ ਜਾਂਦੇ ਨੇ, ਉਹਨਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ, ਮੇਰੇ ਕੋਲ ਅਥਾਰਟੇਟਿਵ ਫਿਗਰਸ ਤਾਂ ਨਹੀਂ ਹੈ, ਲੇਕਿਨ ਐਸੇ ਜੀ ਅੰਕੜੇ ਜੀ ਤਾਂ ਨਹੀਂ, ਪਰ ਫਿਰ ਵੀ ਉਹ ਸਾਡੇ ਸਰਕਾਰੀ ਸਕੂਲਾਂ ਤੇ ਸਰਕਾਰੀ ਕਾਲਜਾਂ ਦੇ ਪੜ੍ਹੇ ਹੋਏ ਬੱਚੇ ਵੀ ਕਾਫੀ ਚੰਗਾ ਮੁਜ਼ਾਹਰਾ ਉੱਥੇ ਕਰਦੇ ਨੇ। ਪਰ ਗੱਲ ਜਿੱਥੋਂ ਤੱਕ ਮਾਂ ਬੋਲੀ ਦੀ ਹੈ, ਪੰਜਾਬੀ ਦੀ ਹੈ, ਉਹਨਾਂ ਨੂੰ ਮਾਣ ਸਤਿਕਾਰ ਦਰਜਾ ਸਕੂਲ ਦੇ ਵਿੱਚ ਜ਼ਰੂਰ ਮਿਲਣਾ ਚਾਹੀਦਾ ਹੈ, ਇਹ ਲਾਗੂ ਹੋਣਾ ਚਾਹੀਦਾ ਹੈ। ਔਰ ਸਰਕਾਰੀ ਕੰਮਕਾਜ ਦੇ ਵਿੱਚ ਮੇਰੇ ਖਿਆਲ ਇਹ ਆਪਣੇ ਆਪ ਦੇ ਵਿੱਚ ਇੱਕ ਦੂਸਰੀ ਚਰਚਾ ਦਾ ਆਪਣੀ ਕਨਵਰਸੇਸ਼ਨ ਹੋ ਸਕਦੀ ਹੈ ਕਿ ਸਰਕਾਰੀ ਕੰਮਕਾਜ ਦੇ ਵਿੱਚ ਪੰਜਾਬੀ ਦਾ ਕਿੱਥੋਂ ਤੱਕ ਇਸਤੇਮਾਲ ਹੈ, ਉਹ ਕਿਉਂ ਨਹੀਂ ਹੋ ਰਿਹਾ। ਜਿਹੜੇ ਸਰਕਾਰੀ ਤੁਹਾਡੇ ਛਪਦੇ ਨੇ ਆਰਡਰ, ਆਦੇਸ਼ ਜਿਹੜੇ ਆਉਂਦੇ ਨੇ, ਜਿਹੜੀਆਂ ਨੋਟੀਫਿਕੇਸ਼ਨ ਆਉਂਦੀਆਂ ਨੇ, ਉਹਨਾਂ ਦੀ ਕੀ ਪੋਜੀਸ਼ਨ ਹੈ, ਉਹਦੇ ਵਿੱਚ ਵੀ ਕਾਨੂੰਨ ਹੈ, ਉਹ ਵੀ ਸਾਨੂੰ ਲਾਗੂ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਸਰ ਉਹ ਤੇ ਇਦਾਂ ਲੱਗਦਾ ਜਿਹੜੇ ਪੰਜਾਬ ਦੀ, ਤੁਸੀਂ ਵੀ ਇੱਕ ਬਹੁਤ ਚਾਹੁੰਦੇ ਤੋਂ ਰਿਟਾਇਰ ਹੋਏ ਜੇ, ਕਿ ਜਿਹੜੇ ਪੰਜਾਬ ਦੀ ਚਾਹੇ ਆਈਪੀਐਸ ਲੌਬੀ ਆ, ਚਾਹੇ ਆਈਏਐਸ ਨਾ, ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬੀ ਲਿਖਣ ਚ ਕਹਿ ਰਹੇ ਕਿ ਦਿੱਕਤ ਨਹੀਂ ਕਹਿ ਸਕਦੇ ਹੈਗੇ, ਪਰ ਉਹ ਅਵੋਇਡ ਕਰਦੇ ਨੇ ਪੰਜਾਬੀ ਚ ਨੋਟੀਫਿਕੇਸ਼ਨ ਜਾਰੀ ਕਰਨ ਜਾਂ ਆਰਡਰ ਪਾਸ ਕਰਨ ਦੇ ਵਿੱਚ, ਕਿਉਂਕਿ ਪੰਜਾਬ ਨਹੀਂ ਦੇਖੋ, ਪੰਜਾਬੀ ਦੋ ਮਾਂ ਗੱਲਾਂ ਬੋਲੀ ਉਸ ਆ ਜਾਂਦੀਆਂ। ਮੈਂ ਤੁਹਾਡੀ ਗੱਲ ਰਿਹਾ, ਦੇਖੋ ਮੈਂ ਇਹ ਵੀ ਦੇਖਿਆ ਸਾਡੇ ਪੰਜਾਬ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵੀ ਬੜੇ ਚੰਗੇ ਅਫਸਰ ਨੇ, ਹੋਰਾਂ ਤੋਂ ਵੀ ਆਏ ਨੇ, ਔਰ ਜਿਸ ਤਰ੍ਹਾਂ ਦੀ ਮੋਤੀ ਪਰੋ ਕੇ ਪੰਜਾਬੀ ਲਿਖਦੇ ਨੇ, ਮੈਂ ਸਮਝਦਾ ਉਹ ਕਈ ਵਾਰੀ ਸਾਡੇ ਜਿਹੜੇ ਸ਼ਰਮ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਕਿ ਵੀ ਬਾਹਰੋਂ ਆ ਕੇ ਹੋਰਾਂ ਸਟੇਟਾਂ ਦੀ ਬੋਲੀ ਦੇ ਬਾਵਜੂਦ ਉਹ ਬੋਲਣ ਤੇ ਲਿਖਣ ਦੇ ਵਿੱਚ ਸਾਡੇ ਤੋਂ ਸ਼ਾਇਦ ਵਧੇਰੇ ਚੰਗੇ ਹੀ ਨੇ। ਲੇਕਿਨ ਗੱਲ ਜਿਹੜੀ ਕਿਤੇ ਆ ਜਾਂਦੀ ਹੈ ਵਿੱਚ ਕਿ ਜੀ ਆਰਡਰਾਂ ਨੇ ਭਾਰਤ ਸਰਕਾਰ ਕੋਲ ਜਾਣਾ ਹੈ, ਉੱਥੇ ਫਿਰ ਜਿਹੜੇ 3 ਲੈਂਗੁਏਜ ਫਾਰਮੂਲਾ ਆ ਜਾਂਦਾ ਹੈ ਕਿ ਜੀ ਤੁਸੀਂ ਚਲੋ ਅੰਗਰੇਜ਼ੀ 'ਚ ਲਿਖੋ ਤੇ ਹਿੰਦੀ ਟਰਾਂਸਲੇਸ਼ਨ ਵਿਦ ਫੋਲੋ। ਤੁਸੀਂ ਆਮ ਤੌਰ ਤੇ ਭਾਰਤ ਸਰਕਾਰ ਦੀਆਂ ਵੀ ਤੁਸੀਂ ਇਹ ਦੇਖੋ, ਅਗਰ ਕੇਂਦਰੀ ਮਿਨਿਸਟਰੀਆਂ ਦੀ ਨੋਟੀਫਿਕੇਸ਼ਨ ਨੇ, ਚਾਹੇ ਇਨਕਮ ਟੈਕਸ ਡਿਪਾਰਟਮੈਂਟ ਦੀ, ਚਾਹੇ ਵੈਟ ਵਾਲਿਆਂ ਦੀ, ਚਾਹੇ ਸੈਂਟਰਲ ਐਕਸਾਈਜ਼ ਦੀ, ਉਹ ਨੋਟੀਫਿਕੇਸ਼ਨ ਆ ਜਾਂਦੀ ਹੈਗੀ ਆ, ਐਂਡ ਥੱਲੇ ਲਿਖਿਆ ਹੁੰਦਾ ਹੈ ਕਿ ਹਿੰਦੀ ਵਰਜਨ ਵਿਲ ਫੋਲੋ, ਉਹ ਆਉਂਦੀ ਨਹੀਂ ਹੈ। ਸੋ ਇਸ ਕਰਕੇ ਕਈ ਵਾਰੀ ਇਹ ਬਹਾਨਾ ਜ਼ਰੂਰ ਬਣ ਜਾਂਦਾ ਹੈਗਾ ਕਿ ਜੀ ਇਹ ਜਿਹੜੇ ਆਰਡਰ ਨੇ ਇਹ ਤਾਂ ਕੇਂਦਰ ਸਰਕਾਰ ਨੂੰ ਵੀ ਜਾਣੇ ਨੇ, ਇਸ ਕਰਕੇ ਅੰਗਰੇਜ਼ੀ ਦੇ ਵਿੱਚ ਤਾਂ ਅਸੀਂ ਬਣਾਤੇ, ਪੰਜਾਬੀ 'ਚ ਅਸੀਂ ਇਹਨਾਂ ਦਾ ਤਰਜਮਾ ਬਾਅਦ 'ਚ ਕਰਕੇ ਭੇਜਾਂਗੇ। ਉਹ ਫਿਰ ਕਦੇ ਹੁੰਦਾ ਹੈ, ਕਦੇ ਨਹੀਂ ਹੁੰਦਾ। ਲੇਕਿਨ ਜਿਹੜਾ ਮੌਕੇ ਤੇ ਜਿਹੜਾ ਫਲੈਸ਼ ਹੁੰਦਾ ਮੀਡੀਆ ਦੇ ਵਿੱਚ, ਉਹ ਆਈਐਸ ਅਫਸਰਾਂ ਦੀ, ਆਈਪੀਐਸ ਦੀ ਬਦਲੀਆਂ ਤੁਸੀਂ ਆਪਾਂ ਨਿੱਤ ਆਉਂਦੀਆਂ ਨੇ, ਉਹ ਸਾਰੀਆਂ ਦੀ ਸਾਰੀਆਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਉਂਦੀਆਂ ਨੇ। ਮੈਨੂੰ ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਰਹਿਣ ਦਾ ਮੌਕਾ ਮਿਲਿਆ, ਅਸੀਂ ਜਾਰੀ ਕਰਦੇ ਹੁੰਦੇ ਸੀ, ਪੰਜਾਬੀ 'ਚ ਜਾਰੀ ਕਰਦੇ ਹੁੰਦੇ ਸੀਗੇ। ਸੋ ਇਸ ਕਰਕੇ ਮਤਲਬ ਅਗਰ ਕੋਸ਼ਿਸ਼ ਕਰੀਏ ਤਾਂ ਇਹ ਕੋਈ ਟੈਕਨੀਕਲ ਗੱਲ ਨਹੀਂ ਹੈ, ਆਪਣੇ ਆਪ ਦੇ ਵਿੱਚ ਇਹ ਬਹੁਤ ਹੀ ਇੱਕ ਸੈਂਸਿਟਿਵ ਮਸਲਾ ਵੀ ਹੈ, ਐਂਡ ਇਸ ਮੈਟਰ ਆਫ ਸਟੇਟ ਦੀ ਪ੍ਰਾਈਡ ਦਾ ਵੀ ਜਿਹੜੀ ਗੱਲ ਹੈਗੀ ਹੈ ਕਿ ਪੰਜਾਬੀ ਇਸਤੇਮਾਲ ਇਹ ਨਹੀਂ ਹੈ ਕਿ ਇੱਕ ਆਪਾਂ ਦਰਜਾ ਦੇ ਕੇ ਉੱਥੇ ਬਿਠਾਤਾ ਤੇ ਮੁੜ ਕੇ ਕੋਈ ਕਾਰਵਾਈ ਕੀਤੀ ਨਾ, ਉਹਦਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਹੋਵੇ, ਸਰਕਾਰੀ ਕੰਮਕਾਜ ਦੇ ਵਿੱਚ ਇਸਤੇਮਾਲ ਹੋਵੇ। ਔਰ ਤੁਸੀਂ ਪੜ੍ਹੋ, ਕੰਪਿਊਟਰ ਪੜ੍ਹੋ, ਅੰਗਰੇਜ਼ੀ ਪੜ੍ਹੋ, ਸਾਰਾ ਕੁਝ ਪੜ੍ਹੋ, ਉਸ ਤੇ ਕੋਈ ਬੰਦਿਸ਼ ਨਹੀਂ ਹੈ। ਜੀ ਜੀ ਤੁਸੀਂ ਹਿੰਦੁਸਤਾਨ ਟਾਈਮ 'ਚ ਇੱਕ ਗੈਸਟ ਕਾਲਮ ਵੀ ਲਿਖਿਆ ਤੇ ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਜਦ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ, ਉਹਦਾ 9ਵਾਂ ਦਰਜਾ, ਕਿਤੇ ਕਿਤੇ ਇਹ ਵੀ ਚਰਚਾ ਹੁੰਦੀ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਬੋਲੀਆਂ ਲੋਪ ਹੋ ਰਹੀਆਂ ਉਹਨਾਂ 'ਚੋਂ ਪੰਜਾਬੀ ਇੱਕ ਹੋ ਸਕਦੀ ਹੈਗੀ ਹੈ। ਸਰ ਤੁਹਾਨੂੰ ਲੱਗਦਾ ਹੈਗਾ ਕਿ ਪੰਜਾਬੀ ਪੂਰੀ ਦੁਨੀਆ ਤੇ ਫੈਲ ਚੁੱਕੀ ਹੈਗੀ ਹੈ, ਫਿਰ ਸਾਨੂੰ ਨਾਲ ਇਹ ਵੀ ਚੁਕੰਨੇ ਹੋਣ ਦੀ ਵੀ ਜ਼ਰੂਰਤ ਹੈ, ਜਾਂ ਜਿਸ ਤਰ੍ਹਾਂ ਜੇ ਸੈਂਟਰ ਦੇ ਕਈ ਫੈਸਲੇ ਵੀ ਆ ਜਾਂਦੇ ਨੇ ਕਿ ਬੱਚੇ ਪੰਜਾਬੀ ਪੜ੍ਹਨਗੇ ਕਿ ਨਹੀਂ ਪੜ੍ਹਨਗੇ, ਜਾਂ ਬੱਚੇ ਅੱਗੇ ਇਨ ਫਿਊਚਰ ਜਾ ਕੇ ਪੰਜਾਬੀ ਦੀ ਜਗ੍ਹਾ ਹਿਸਟਰੀ ਐਂਡ ਕਲਚਰ ਸਬਜੈਕਟ ਲੈਣਗੇ? ਦੇਖੋ, ਜਿਹੜੀ ਤਾਂ ਹਿਸਟਰੀ ਐਂਡ ਕਲਚਰ ਸਬਜੈਕਟ ਲੈਣ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਉਸ ਦੇ ਵਿੱਚ ਵੀ ਪੰਜਾਬ ਤੇ ਪੰਜਾਬੀਅਤ, ਪੰਜਾਬ ਦੇ ਗੁਰੂਆਂ ਪੀਰਾਂ ਤੇ ਜਿਹੜੀ ਪੰਜਾਬ ਦੀ ਸੱਭਿਆਚਾਰ ਬਾਰੇ ਅਗਰ ਪੜ੍ਹਦੇ ਨੇ, ਮੈਂ ਸਮਝਦਾ ਉਹ ਵੀ ਕੋਈ ਥੋੜੀ ਗੱਲ ਨਹੀਂ। ਬੇਸ਼ੱਕ ਉਹ ਹਿੰਦੀ 'ਚ ਪੜ੍ਹਨ, ਚਾਹੇ ਉਹ ਪੜ੍ਹ ਲੈਣ ਅੰਗਰੇਜ਼ੀ ਦੇ ਵਿੱਚ। ਲੇਕਿਨ ਜਿਹੜੀ ਤੁਸੀਂ ਗੱਲ ਕਹੀ, ਮੈਂ ਨਹੀਂ ਸਮਝਦਾ, ਔਰ ਮੈਂ ਆਪਟਿਮਿਸਟਿਕ ਹਾਂ, ਕਿਉਂਕਿ ਪੰਜਾਬ ਤੇ ਪੰਜਾਬੀ ਆਪਸ 'ਚ ਇਤਨੇ ਅਨਿਖੜਵਾਂ ਜਿਹੜਾ ਇਹਨਾਂ ਦਾ ਆਪਸ 'ਚ ਸੰਬੰਧ ਹੈ, ਚਾਹੇ ਇੱਥੇ ਨੇ, ਚਾਹੇ ਕੈਨੇਡਾ ਬੈਠੇ ਨੇ, ਚਾਹੇ ਪਾਕਿਸਤਾਨ ਨੇ। ਔਰ ਮੈਂ ਸਮਝਦਾ ਕਿ ਇਹ ਜਿਹੜਾ ਪੰਜਾਬੀ ਹੈ ਇਹ ਕਿਸੇ ਕਿਸਮ ਨਾਲ ਲੁਪਤ ਹੋਣ ਵਾਲੀ ਗੱਲ ਨਹੀਂ ਹੈ। ਲੇਕਿਨ ਇਸ ਦੇ ਵਿੱਚ ਜੇ ਆਪਾਂ ਕਹੀਏ ਕਿ ਕੱਲੀਆਂ ਸਰਕਾਰਾਂ ਤੇ ਛੱਡੀਏ, ਕੱਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਛੱਡੀਏ, ਹਾਂਜੀ, ਕੱਲੀ ਚੀਫ ਖਾਲਸਾ ਦੀਵਾਨ ਜਾਂ ਐਸਜੀਪੀਸੀ ਤੇ ਛੱਡੀਏ, ਇਸ ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਸਾਡੇ ਐਜੂਕੇਸ਼ਨਲ ਕਲਚਰਲ ਰਾਈਟਸ ਵੀ ਨੇ, ਮਾਈਨੋਰਿਟੀ ਇੰਸਟੀਟਿਊਸ਼ਨਸ, ਉਹਨਾਂ ਨੂੰ ਵੀ ਇਹ ਪੜ੍ਹਾਉਣਾ ਚਾਹੀਦਾ ਹੈ,
ਉਸ ਦੇ ਵਿੱਚ ਬੱਚਿਆਂ ਨੂੰ ਲੋਕ ਕਹਾਣੀਆਂ ਤੋਂ ਲੈ ਕੇ ਦਿਲਚਸਪ ਰੂਪ ਦੇ ਵਿੱਚ ਪੇਸ਼ ਹੋਣੀਆਂ ਚਾਹੀਦੀਆਂ ਨੇ। ਔਰ ਉਸ ਨਾਲ ਫਿਰ ਲੈਂਗੁਏਜ ਇੱਕ ਲਿਵਿੰਗ ਆਰਗੇਨਿਜ਼ਮ ਹੈ। ਔਰ ਜਿਵੇਂ ਅੰਗਰੇਜ਼ੀ ਤੁਸੀਂ ਜ਼ੁਬਾਨ ਦੇਖੋ, ਉਸ 'ਚ ਲੈਟਿਨ ਦੇ ਵਰਡਸ ਵੀ ਨੇ, ਗ੍ਰੀਕ ਦੇ ਵੀ ਨੇ, ਪਰਸ਼ੀਅਨ ਦੇ ਵੀ ਨੇ, ਜੀ ਜਿਹੜੇ ਜੀ। ਉਹਨਾਂ ਨੇ ਆਪਸ 'ਚ ਸੰਮਿਲਿਤ ਕੀਤੇ। ਸੋ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੁਣ ਜੇ ਸਕੂਲ ਹੈ, ਹੁਣ ਜੇ ਤੁਸੀਂ ਉਹਨੂੰ ਵਿਦਿਆਲਾ ਕਹੋ, ਉਹ ਥੋੜਾ ਜਿਹਾ ਆਪਾਂ ਨੂੰ ਅਜੀਬ ਜਿਹਾ ਲੱਗਦਾ ਹੈ। ਇਸ ਕਰਕੇ ਉਸ ਜ਼ੁਬਾਨ ਦੇ ਵਿੱਚ ਨਵੇਂ ਉਸ ਕਿਸੇ ਹੋਰ ਜ਼ੁਬਾਨ ਦੇ ਜਿਹੜੇ ਲਫ਼ਜ਼ ਨੇ ਅਗਰ ਆ ਜਾਣ, ਔਰ ਖਾਸ ਤੌਰ ਤੇ ਉਰਦੂ ਕਹਿ ਲਓ ਚਾਹੇ ਹਿੰਦੁਸਤਾਨੀ ਕਹਿ ਲਓ, ਉਹਦੇ ਲਫ਼ਜ਼ ਵੀ ਆਉਂਦੇ ਰਹੇ ਨੇ, ਸੰਸਕ੍ਰਿਤ ਦੇ ਵੀ ਆਉਂਦੇ ਨੇ, ਲੇਕਿਨ ਮੁੱਢਲੇ ਤੌਰ ਤੇ ਪੰਜਾਬੀ ਤੇ ਪੰਜਾਬੀ ਦੀ ਜਿਹੜੀ ਸਕ੍ਰਿਪਟ ਹੈ, ਇਹ ਵੀ ਬਹੁਤ ਜ਼ਰੂਰੀ ਹੈ ਕਿ ਗੁਰਮੁਖੀ ਸਕ੍ਰਿਪਟ ਹੋਵੇ। ਉਹਨੂੰ ਤੁਸੀਂ ਰੋਮਨ ਸਕ੍ਰਿਪਟ 'ਚ ਲਿਖਣਾ ਸ਼ੁਰੂ ਕਰ ਦਿਓ। ਅੱਜ ਕੱਲ੍ਹ ਮੈਂ ਦੇਖਿਆ ਆਮ ਜਿਹੜੇ ਤੁਹਾਡੇ ਬੱਚੇ WhatsApp ਮੈਸੇजेस ਵਗੈਰਾ ਕਰਦੇ ਨੇ, ਉਹ ਰੋਮਨ 'ਚ ਲਿਖਦੇ ਲਿਖਦੇ ਕਿ ਨੇ। ਰੋਮਨ ਸਕ੍ਰਿਪਟ 'ਚ ਲਿਖਦੇ ਨੇ ਜੀ। ਸੋ ਉਹ ਭਾਵੇਂ ਉਹ ਲਿਖਣਾ ਔਖਾ ਹੈ ਸ਼ਾਇਦ, ਇਸ ਕਰਕੇ ਉਹਨਾਂ ਨੂੰ ਜਿਹੜੇ ਕੀਬੋਰਡ ਜ਼ਿਆਦਾ ਦੱਬਣੇ ਪੈਂਦੇ ਨੇ, ਤਾਂ ਕਰਕੇ ਕਰਦੇ ਨੇ। ਔਰ ਪਾਕਿਸਤਾਨ ਵਾਲੇ ਪਰਸ਼ੀਅਨ ਸਕ੍ਰਿਪਟ ਜਾਂ ਸ਼ਾਹਮੁਖੀ 'ਚ ਕਰਦੇ ਨੇ। ਲੇਕਿਨ ਜਿੱਥੋਂ ਤੱਕ ਭਾਰਤ ਦਾ ਤਲਕ ਹੈ, ਪੰਜਾਬ ਦਾ ਤਲਕ ਹੈ, ਪੰਜਾਬੀ ਇਨ ਗੁਰਮੁਖੀ ਸਕ੍ਰਿਪਟ ਇਹ ਆਫੀਸ਼ੀਅਲੀ ਇਹ ਨੋਟੀਫਾਈਡ ਹੈ, ਆਫੀਸ਼ੀਅਲ ਲੈਂਗੁਏਜ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਔਰ ਇਹ ਜਿਹੜੇ ਕਾਨੂੰਨ ਨੇ, ਔਰ ਕਾਨੂੰਨ ਹੋਰ ਬਣਾਏ ਵੀ ਜਾ ਸਕਦੇ ਨੇ ਅਗਰ ਆਪਾਂ ਸਮਝਦੇ ਹਾਂ ਕਿਸੇ ਕਿਸਮ ਦੀ ਕੋਈ ਘਾਟ ਹੈਗੀ ਹੈ, ਤਾਂ ਪੰਜਾਬ ਨੂੰ ਪੂਰਾ ਹੱਕ ਹੈ, ਐਜ਼ ਲੌਂਗ ਐਜ਼ ਕਿਸੇ ਸੈਂਟਰਲ ਲਾਅ ਨੂੰ ਤੁਸੀਂ ਸਿੱਧੇ ਤੌਰ ਤੇ ਟਾਕਰਾ ਨਹੀਂ ਦਿੰਦੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਦਿਨ ਰਹਿੰਦੀ ਦੁਨੀਆ ਤੱਕ ਕਦੇ ਨਹੀਂ ਹੋਣਾ ਜਿੱਥੇ ਪੰਜਾਬ ਤੇ ਪੰਜਾਬੀਅਤ ਔਰ ਪੰਜਾਬੀ ਬੋਲੀ, ਜੇ ਆਪਾਂ ਕਹੀਏ ਕਿ ਵੀ ਹੌਲੀ ਹੌਲੀ ਕਰਕੇ ਖਤਮ ਹੋ ਜੂਗੀ। ਇਹ ਮੈਂ ਤਾਂ ਸਮਝਦਾ ਕਿ ਕਈ ਵਾਰੀ ਰਿਸਰਜੈਂਸ ਵੀ ਹੁੰਦੀ ਹੈ, ਉੱਥੇ ਹੋਰ ਬੋਲੀਆਂ ਵਾਲੇ ਮਾਣ ਇਸ ਪ੍ਰਾਪਤ ਕਰਨਗੇ ਕਿ ਅਸੀਂ ਪੰਜਾਬੀ ਵੀ ਬੋਲ ਸਕਦੇ ਹਾਂ। ਇਸ ਦੇ ਵਿੱਚ ਜਿਹੜੇ ਸਾਡੇ ਗੀਤਕਾਰ ਨੇ, ਸਾਡੀਆਂ ਨਵੀਆਂ ਵੀਡੀਓਜ਼ ਨੇ, ਉਹਨਾਂ ਨੂੰ ਵੀ ਇੱਕ ਪੋਜ਼ਿਟਿਵ ਰੋਲ ਅਦਾ ਕਰਨਾ ਚਾਹੀਦਾ ਹੈ ਕਿ ਕਹਿਣ ਨੂੰ ਉਹ ਪੰਜਾਬੀ ਪੌਪ ਹੈ ਤੇ ਉਸ ਤੋਂ ਅੱਧੇ ਤੋਂ ਜ਼ਿਆਦਾ ਆਪਾਂ ਜੇ ਅੰਗਰੇਜ਼ੀ ਕਰੀ ਜਾਂਦੇ ਹਾਂ, ਤਾਂ ਉਹ ਆਪਾਂ ਕੀ ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਹਾਂ। ਇਹ ਸਾਰੀਆਂ ਗੱਲਾਂ ਦੇਖਣ ਵਾਲਾ ਆਰਟ ਕਾਉਂਸਲ ਹੈ ਪੰਜਾਬ ਦਾ, ਇਹ ਸਾਰੀਆਂ ਗੱਲਾਂ ਦੇਖ ਕੇ ਅੱਗੇ ਤੁਰਨਾ ਚਾਹੀਦਾ ਹੈ। ਔਰ ਇਹ ਇਕੱਲਾ ਮੇਰਾ ਤੁਹਾਡਾ ਇੱਕ ਬੰਦੇ ਦਾ ਜ਼ਿੰਮਾ ਨਹੀਂ, ਔਰ ਇਕੱਲੀ ਸਰਕਾਰ ਦਾ ਜ਼ਿੰਮਾ ਨਹੀਂ। ਸਾਰੀ ਪੋਲੀਟੀਕਲ ਪਾਰਟੀਜ਼, ਐਜੂਕੇਸ਼ਨਿਸਟ, ਯੂਨੀਵਰਸਿਟੀਜ਼, ਸਕੂਲਸ, ਸਾਰਿਆਂ ਨੂੰ ਮੁਸ਼ਤਰਕਾ ਤੌਰ ਤੇ ਉਦਮ ਕਰਕੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਔਰ ਸਾਰੇ ਵਿਸ਼ਵ ਦੇ ਵਿੱਚ ਪੰਜਾਬੀ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਮੇਰੇ ਮੁਤਾਬਕ। ਮਹਿਸੂਸ ਕਰਦੇ ਕਿ ਜਿਹੜੀ ਮਦਰ ਟੰਗ ਜਾਂ ਮਾਂ ਬੋਲੀ ਜਾਂ ਖੇਤਰੀ ਭਾਸ਼ਾਵਾਂ, ਇਹ ਮੇਜਰ ਸਬਜੈਕਟ ਹੋਣੇ ਚਾਹੀਦੇ ਨੇ, ਇੰਗਲਿਸ਼ ਔਰ ਹਿੰਦੀ ਇਹ ਮਾਈਨਰ ਸਬਜੈਕਟ ਹੋਣੇ ਚਾਹੀਦੇ ਨੇ? ਦੇਖੋ, ਇਹ ਤਾਂ ਮੈਟਰ ਆਫ ਪਾਲਿਸੀ ਹੈ। ਜਿਹੜਾ ਜਿੱਥੋਂ ਤੱਕ ਤਾਂ ਅਗਰ ਪੰਜਾਬ ਦਾ ਐਕਟ ਪੜ੍ਹਿਆ ਜਾਵੇ ਤਾਂ ਉਸ ਦਾ ਬੜਾ ਕਲੀਅਰ ਹੈ ਕਿ ਤੁਸੀਂ 10ਵੀਂ ਤੱਕ ਪੜ੍ਹਾਓ। ਔਰ ਤੁਸੀਂ ਕਿਹਾ ਕਿ ਅਗਰ ਪੰਜਾਬ ਦੇ ਵਿੱਚ ਤੁਸੀਂ ਪੜ੍ਹਨਾ ਹੈ ਤਾਂ ਤੁਹਾਨੂੰ ਮੈਟ੍ਰਿਕ ਦਾ ਸਰਟੀਫਿਕੇਟ ਤੁਹਾਨੂੰ ਉਹਨਾਂ ਚਿਰ ਮਾਨਤਾ ਪ੍ਰਾਪਤ ਨਹੀਂ ਹੋਊਗਾ ਜੇ ਤੁਸੀਂ ਪੰਜਾਬੀ ਨਹੀਂ ਪੜ੍ਹੀ, ਜੇ ਪੰਜਾਬ ਦੇ ਐਫੀਲੀਏਟਡ ਸਕੂਲ 'ਚੋਂ। ਸੋ ਮੇਰੇ ਮੁਤਾਬਕ ਤਾਂ ਅਗਰ ਨਿੱਜੀ ਰਾਏ ਮੇਰੀ ਪੁੱਛੋ ਹੋਣਾ ਚਾਹੀਦਾ। ਔਰ ਅਗਰ ਕੋਈ ਕਾਨੂੰਨੀ ਅੜਚਣ ਹੈ ਉਸ ਦੇ ਵਿੱਚ ਤਾਂ ਸੈਕਸ਼ਨ 3(2) ਦੀ ਕਨਸਟੀਟਿਊਸ਼ਨਲ ਵੈਲਿਡਿਟੀ ਨੂੰ ਜਾ ਕੇ ਕੇਂਦਰ ਸਰਕਾਰ ਟੈਸਟ ਕਰੇ। ਆਪਾਂ ਤਾਂ ਕਾਨੂੰਨ ਬਣਾਤਾ, ਜਿਸ ਤਰ੍ਹਾਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ ਸੀਗਾ, ਹਰਿਆਣਾ ਤੇ ਕੇਂਦਰ ਸਰਕਾਰ ਜਾ ਕੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਜਾ ਕੇ ਉਹਨਾਂ ਨੂੰ ਸੰਵਿਧਾਨਿਕ ਕਰਾਰ ਦਿੱਤਾ। ਪੰਜਾਬ ਦਾ ਜਿਹੜਾ ਕਾਨੂੰਨ ਬਣਿਆ ਹੋਇਆ ਉਹ ਤਾਂ ਹੈ। ਅਗਰ ਉਹਨੂੰ ਪੰਜਾਬ ਸਰਕਾਰ ਚਾਹੇ ਤਾਂ ਜਿਹੜਾ ਦਫਾ 3(2) ਹੈ ਉਹਦੀ ਲਾਅ ਦੇ ਵਿੱਚ ਕਹੇ ਕਿ ਜੀ ਪੰਜਾਬੀ ਤੁਸੀਂ ਪੜ੍ਹਾਓ ਲਾਜ਼ਮੀ, 10ਵੀਂ ਦਾ ਪੇਪਰ ਲਓ, ਵਰਨਾ ਇਸ ਜਿਹੜਾ ਮੈਟ੍ਰਿਕ ਦਾ ਸਰਟੀਫਿਕੇਟ ਅਸੀਂ ਨਹੀਂ ਮੰਨਦੇ। ਸਰ ਇੱਕ ਹੋਰ ਲਾਸਟ ਸਵਾਲ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮਸਲਾ ਇੱਕ ਜਾਣੇ ਦਾ ਨਹੀਂ, ਸਾਨੂੰ ਸਾਰਿਆਂ ਨੂੰ ਆਉਣਾ ਪਊਗਾ, ਪੇਰੈਂਟਸ ਨੂੰ ਵੀ, ਸਮਾਜ ਨੂੰ ਵੀ, ਸਰਕਾਰਾਂ ਨੂੰ ਵੀ। ਇਹ ਜਿਹੜਾ ਹੁਣ ਸੈਂਟਰ ਦਾ ਫੈਸਲਾ, CBSE ਜਾਂ ਮਤਲਬ ਸੈਂਟਰ ਦਾ ਫੈਸਲਾ, ਸਾਨੂੰ ਕਿੰਨਾ ਕੀ ਸੀਰੀਅਸ ਹੋਣ ਦੀ ਲੋੜ ਆ, ਔਰ ਸਾਨੂੰ ਕਿੱਥੋਂ ਤੱਕ ਜਾ ਕੇ ਕੋਈ ਪ੍ਰੋਟੈਸਟ ਕਰਨ ਦਾ ਲੀਗਲੀ ਵੀ ਜਿਹੜੀ ਸਰਕਾਰ ਜਾਂ ਕੋਈ ਕੇਂਦਰੀ ਸਭਾਵਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨੇ, ਐਸੋਸੀਏਸ਼ਨਾਂ ਨੇ, ਉਹਨਾਂ ਨੂੰ ਕਿੱਥੋਂ ਤੱਕ ਅਪਰੋਚ ਕਰਨ ਦੀ ਜ਼ਰੂਰਤ ਪਏਗੀ? ਕਿਉਂਕਿ ਚੰਨੀ ਸਾਹਿਬ ਜਿਹੜੇ ਉਹਨਾਂ ਨੇ ਟਵੀਟ ਵੀ ਕੀਤਾ, CBSE ਦਾ ਰੀਟਵੀਟ ਵੀ ਆਏਗਾ, ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਸੈਂਟਰ ਨੇ ਜੋ ਫੈਸਲਾ ਕਰਤਾ ਉਹ ਲਾਗੂ ਹੀ ਹੋਏਗਾ ਜੀ। ਦੇਖੋ, ਮੈਂ ਤਾਂ ਸਮਝਦਾ ਕਿ ਇੱਕ ਤਰ੍ਹਾਂ ਦੀ ਵੇਕਅਪ ਕਾਲ ਹੈ। ਇਹਨੂੰ ਮੇਜਰ ਸਬਜੈਕਟ ਕਹਿਣਾ ਜਾਂ ਮਾਈਨਰ ਜਿਹੜਾ ਉਹਨੂੰ ਕਹਿਣਾ, ਕਹਿੰਦਾ ਕਿ ਸਾਡਾ ਤਾਂ ਇਹਦਾ ਸਿਰਫ ਇਹੀ ਹੈ ਕਿ ਅਗਰ ਬੱਚਾ ਆਪਟ ਕਰਦਾ ਅਸੀਂ ਪੇਪਰ ਦੇਵਾਂਗੇ, ਅਗਰ ਘੱਟ ਸਟੂਡੈਂਟ ਨੇ ਘੱਟ ਸੈਂਟਰ ਬਣਨਗੇ। ਲੇਕਿਨ ਮੈਂ ਸਮਝਦਾ ਕਿ ਇਹ ਇੱਕ ਤਰ੍ਹਾਂ ਦਾ ਮੁੱਦਾ ਜਿਹੜਾ ਉੱਭਰਿਆ, ਜਿਸ ਬਾਰੇ ਅਸੀਂ ਅਵੇਸਲੇ ਸ਼ਾਇਦ ਹੋ ਚੁੱਕੇ ਸੀ। ਇਸ ਦੇ ਵਿੱਚ ਪੰਜਾਬੀ ਸਪੀਕਿੰਗ ਏਰੀਆਜ਼ ਦੀ ਜਿਹੜੀ ਅਸੀਂ ਮੰਗ ਕਰਦੇ ਹਾਂ ਉਹ ਹੈ,
ਪੰਜਾਬੀ ਸਪੀਕਿੰਗ ਪੋਪੂਲੇਸ਼ਨ ਜੰਮੂ ਕਸ਼ਮੀਰ ਦੇ ਵਿੱਚ ਵੀ ਮਸਲਾ ਹੈਗਾ ਕਿ ਵੀ ਉੱਥੇ ਕਿਉਂ ਨਹੀਂ ਪੜ੍ਹਾਈ ਜਾਂਦੀ, ਤੇ ਡੋਗਰਾ ਤੇ ਉਰਦੂ ਤੇ ਕਸ਼ਮੀਰੀ ਪੜ੍ਹਾਈ ਜਾਂਦੀ ਹੈ। ਪੰਜਾਬੀ ਬੋਲਣ ਵਾਲੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ ਵੀ ਹੈ, ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਦੀ ਜਿਹੜੀ ਗੱਲ ਹੈ। ਸੋ ਮੈਂ ਸਮਝਦਾ ਕਿ ਇਹ ਇੱਕ ਤਰ੍ਹਾਂ ਦੀ ਵੇਕਅਪ ਕਾਲ ਜਿਹੜੀ ਹੈ ਇਹ CBSE ਦੇ ਇਸ ਬਲੰਡਰ ਦੇ ਨਾਲ, ਜਿਹਦੇ ਨਾਲ ਸੈਂਟਰ 4 ਬਣ ਗਏ ਜਾਂ 10 ਬਣ ਗਏ, ਮੇਰੇ ਮੁਤਾਬਕ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਹੈ। ਸਵਾਲ ਇਹ ਹੈ ਕਿ ਵੀ ਸਾਨੂੰ ਇੱਕ ਵਾਰੀ ਇੱਕ ਹਲੂਣਾ ਜਿਹਾ ਦੇ ਕੇ ਜੇ ਅਸੀਂ ਉਂਘਦੇ ਸੀ ਪੰਜਾਬੀ ਦੇ ਬਾਰੇ, ਵੀ ਵਰ ਡੋਜ਼ਿੰਗ, ਤਾਂ ਉਹ ਇੱਕ ਸਾਨੂੰ ਉਠਾ ਦਿੱਤਾ, ਤਾਂ ਇਹਨੂੰ ਪੋਜ਼ਿਟਿਵ ਸੈਂਸ 'ਚ ਲੈਣਾ ਚਾਹੀਦਾ, ਜਿਹਨੂੰ ਕਹਿੰਦੇ ਨੇ ਕਿ ਇਹਨੂੰ ਆਪਣੀ ਜਿਹੜੀ ਕਮਜ਼ੋਰੀਆਂ ਨੂੰ ਹੁਣ ਆਪਣੀ ਤਾਕਤ ਬਣਾਉਣ ਦਾ ਇਹ ਇੱਕ ਤਰ੍ਹਾਂ ਦਾ ਮੌਕਾ ਮਿਲਿਆ ਹੈ, ਔਰ ਇਸ ਨੂੰ ਇਹ ਸਾਰਿਆਂ ਨੂੰ ਰਲ ਮਿਲ ਕੇ ਪੰਜਾਬੀ ਨੂੰ ਰੀਅਸਰਟ ਕਰਨਾ ਚਾਹੀਦਾ ਹੈ, ਨਾਟ ਫਰੋਮ ਅ ਪੋਜੀਸ਼ਨ ਕਿ ਅਸੀਂ ਅਪੋਲੋਜੈਟਿਕ ਕਿ ਜੀ ਮਾਫੀ ਜੇ ਮੰਗ ਕੇ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਪੰਜਾਬੀ ਲਾਗੂ ਕਰੋ। ਇਹ ਸਾਡਾ ਸੰਵਿਧਾਨਿਕ ਹੱਕ ਹੈ, ਹਿੰਦੁਸਤਾਨ ਦੇ ਆਈਨ ਨੇ, ਭਾਰਤ ਦੇ ਕਨਸਟੀਟਿਊਸ਼ਨ ਨੇ ਇਹ ਦਿੱਤਾ ਹੈ, ਔਰ ਸਾਡੀ ਜਿਹੜੀ ਵਿਧਾਨ ਸਭਾ ਹੈ ਉਹਨੇ ਪਾਸ ਕੀਤਾ ਹੈ। ਕਮੀ ਬੇਸ਼ੀ ਹੋਰ ਵੀ ਪਾਸ ਕਰਨਾ ਚਾਹੀਦਾ, ਯੂਨੈਨਿਮਸਲੀ ਪਾਸ ਹੋਣਾ ਚਾਹੀਦਾ। ਔਰ ਮੈਂ ਸਮਝਦਾ ਕਿ ਅੱਛੀ ਗੱਲ ਹੈ ਕਿ ਇਸ ਤਰ੍ਹਾਂ ਦੀ ਗੱਲ ਆਈ, ਤਾਂ ਅੱਜ ਜਿਹੜੀ ਚਰਚਾ ਆਪਾਂ ਕਰ ਰਹੇ ਹਾਂ, CM ਸਾਹਿਬ ਨੇ, ਐਜੂਕੇਸ਼ਨ ਮਿਨਿਸਟਰ ਨੇ, ਬਾਕੀਆਂ ਨੇ ਜਿਹੜੀ ਇਹ ਚਰਚਾ ਆ ਰਹੀ ਹੈ, CBSE ਵੀ ਆਪਣੇ ਸਪਸ਼ਟੀਕਰਨ ਦੇ ਰਹੀ ਹੈ, ਇਹ ਤਾਂ ਹੀ ਹੋਈ ਹੈ ਕਿ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਹੁਣ ਆਪਾਂ ਫਾਇਦਾ ਉਠਾਉਂਦੇ ਹੋਏ ਜਿਹੜੇ ਮੁੱਦੇ ਜਿਹਨੂੰ ਆਪਾਂ ਕਹਿੰਦੇ ਵਰ ਬ੍ਰਸ਼ਡ ਅੰਡਰ ਦੀ ਕਾਰਪੈਟ, ਉਹਨਾਂ ਨੂੰ ਆਪਾਂ ਰਫਾ ਦਫਾ ਜੇ ਹੋਏ ਸੀ ਜਾਂ ਠੰਡੇ ਬਸਤੇ 'ਚ ਪਏ ਸੀ, ਉਹਨਾਂ ਨੂੰ ਇੱਕ ਵਾਰੀ ਸਾਹਮਣੇ ਉਜਾਗਰ ਕਰਨ ਦੀ ਲੋੜ ਹੈ। ਔਰ ਜਿੱਦਾਂ ਮੈਂ ਹਿੰਦੁਸਤਾਨ ਟਾਈਮਜ਼ ਦੇ ਆਰਟੀਕਲ 'ਚ ਵੀ ਲਿਖਿਆ ਸੀ, what is required is not politics but statesmanship। ਇਹ ਕੋਈ ਸਿਆਸੀ ਕਰਨ ਵਾਲੀ ਗੱਲ ਨਹੀਂ ਹੈ, ਇਹ ਦੂਰ ਅੰਦੇਸ਼ੀ ਵਾਲੇ ਸਟੇਟਸਮੈਨ ਦੇ ਤੌਰ ਤੇ ਸਾਨੂੰ ਪੰਜਾਬੀ ਦੇ ਹੱਕ 'ਚ ਗੱਲ ਕਰਨੀ ਚਾਹੀਦੀ ਹੈ। ਚਲੋ ਸਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ। ਥੈਂਕ ਯੂ ਬਿਲਕੁਲ, ਪੰਜਾਬੀ ਮਾਂ ਬੋਲੀ ਹੈਗੀ ਆ ਤੇ ਇਹ ਬਹੁਤ ਹੀ ਵੱਡਾ ਮਸਲਾ ਸਾਡੇ ਵਾਸਤੇ। ਸਿਰਫ ਪੰਜਾਬੀ ਜਿੰਨੀਆਂ ਵੀ ਖੇਤਰੀ ਭਾਸ਼ਾਵਾਂ ਨੇ ਉਹਨੂੰ ਜਗਾਉਣ ਦਾ ਮਸਲਾ ਹੈਗਾ ਕਿ ਠੀਕ ਹੈ, ਜਿਹੜੀ ਸਾਡੀ ਹਿੰਦੀ ਆ ਉਹ ਇੱਕ ਆਫੀਸ਼ੀਅਲੀ ਲੈਂਗੁਏਜ ਹੈ, ਰਾਸ਼ਟਰੀ ਭਾਸ਼ਾ ਨਹੀਂ ਹੈ, ਤੇ ਅਸੀਂ ਉਸ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਆੜ ਦੇ ਵਿੱਚ ਜਿਹੜੀਆਂ ਮਾਂ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ। ਜਿਹੜਾ ਆਪਣੀ ਸਿੱਖਿਆ ਪ੍ਰਾਪਤ ਦੇ ਤੌਰ ਤੇ ਉਹ ਕਾਮਯਾਬ ਰਹਿੰਦਾ, ਤੇ ਜਿੰਨਾ ਤੁਸੀਂ ਮਾਂ ਬੋਲੀ ਤੋਂ ਸਿੱਖੋਗੇ ਉਹ ਜ਼ਿਆਦਾ ਵਧੀਆ, ਬਾਕੀ ਭਾਸ਼ਾਵਾਂ ਸਿੱਖ ਸਕਦੇ ਨੇ। ਪਰ ਜੇ ਦੇਸ਼ ਦੇ ਇਹਨਾਂ ਹਾਲਾਤਾਂ ਦੀ ਗੱਲ ਕੀਤੀ ਜਾਂ ਮਾਹੌਲ ਦੀ ਗੱਲ ਕੀਤੀ ਜਾਵੇ, ਇੱਕ ਪਾਸੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ, ਤੇ ਕੀ ਹਿੰਦੂ ਰਾਸ਼ਟਰ ਦੇ ਚੱਕਰ 'ਚ ਕੀ ਹਿੰਦੀ ਭਾਸ਼ਾ ਰਾਸ਼ਟਰੀ ਭਾਸ਼ਾ, ਇੱਕ ਬਹੁਤ ਵੱਡਾ ਸਵਾਲ ਆ। ਹੋਰ ਖਬਰਾਂ ਦੇਖਣ ਵਾਸਤੇ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਦਾ ਸਮਰ ਨਿਊਜ਼। ਤੁਹਾਡਾ बहुत बहुत धन्यवाद। लेट मी टेल यू फ्रीडम क्या है। फ्रीडम अधूरी नींद से, फ्रीडम शोल्डर और कमर के दर्द से, फ्रीडम सुबह के चिड़चिड़ेपन से। हमें पता है 8 घंटों की सुकून वाली नींद कितनी जरूरी है। अब अपने ही घर में किसी 5 स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।